नॉन स्टॉप कवरेज न्यूज़ 18 पंजाब ਦੇ ਉੱਤੇ ਕਿਸਾਨਾਂ ਦੀ ਮੀਟਿੰਗ ਦੀ ਲਗਾਤਾਰ ਜਾਰੀ ਹੈ। ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ। ਮੀਟਿੰਗ ਦੇ ਵਿੱਚ ਲੰਚ ਬ੍ਰੇਕ ਹੋਇਆ, ਕਰੀਬ 1 ਘੰਟੇ ਬਾਅਦ ਲੰਚ ਬ੍ਰੇਕ ਹੋ ਗਿਆ। ਜਿਵੇਂ ਮੀਟਿੰਗ ਸ਼ੁਰੂ ਹੋਈ ਸੀ ਉਸ ਤੋਂ 1 ਘੰਟੇ ਬਾਅਦ ਇਹ ਪਹਿਲਾ ਬ੍ਰੇਕ ਲਿਆ ਗਿਆ ਹੈ। ਲੰਚ ਬ੍ਰੇਕ ਉਸ ਤੋਂ ਬਾਅਦ ਟੀ ਬ੍ਰੇਕ ਆਮ ਤੌਰ ਤੇ ਮੀਟਿੰਗ ਦੇ ਵਿੱਚ ਹੁੰਦੇ ਨੇ, ਜੋ ਅਸੀਂ ਪਿਛਲੀਆਂ ਕੁਝ ਮੀਟਿੰਗਸ ਦੇ ਵਿੱਚ ਦੇਖਿਆ ਹੈ। ਤੇ ਮੀਟਿੰਗ ਦੇ ਵਿੱਚ ਅਜੇ ਤੱਕ ਕਾਨੂੰਨਾਂ ਦੇ ਉੱਤੇ ਕੋਈ ਚਰਚਾ ਨਹੀਂ ਹੋਈ ਹੈ ਔਰ ਡੈਡਲੌਕ ਜਿਸ ਦਾ ਜ਼ਿਕਰ ਹੋ ਰਿਹਾ ਹੈ ਕਿ ਕਿਸਾਨ ਤੇ ਸਰਕਾਰ ਆਪੋ ਆਪਣੇ ਸਟੈਂਡ ਦੇ ਉੱਤੇ ਵਿਜਦ ਨੇ। ਤੇ ਤੁਹਾਨੂੰ ਦੱਸ ਦਈਏ ਮੀਟਿੰਗ ਦੇ ਵਿੱਚ ਐਨਆਈਏ ਨੋਟਿਸ ਸਣੇ ਕਈ ਮੁੱਦੇ ਜ਼ਰੂਰ ਉੱਠੇ ਨੇ। ਕਿਸਾਨਾਂ ਦੇ ਲਈ ਡੀਐਸਜੀਐਮਸੀ ਲੰਗਰ ਲੈ ਕੇ ਪਹੁੰਚੀ ਹੈ। ਮੀਟਿੰਗ ਦੇ ਵਿੱਚੋਂ ਕਿਸਾਨਾਂ ਦਾ ਇੱਕ ਹੋਰ ਪੋਸਟਰ ਵੀ ਸਾਹਮਣੇ ਆਇਆ। ਕਿਸਾਨਾਂ ਨੇ ਆਪਣੇ ਅੱਗੇ ਪੋਸਟਰ ਲਿਖ ਕੇ ਰੱਖਿਆ ਹੈ। ਪੋਸਟਰ ਦੇ ਵਿੱਚ ਕਿਸਾਨਾਂ ਨੇ ਤੰਜ ਕੱਸਿਆ, ਥਾਂ ਵੀ ਉਹੀ, ਮੰਤਰੀ ਵੀ ਉਹੀ, ਰਾਗ ਵੀ ਪੁਰਾਣਾ। ਕੀ ਹੋਵੇਗੀ ਇੱਕ ਹੋਰ ਮੀਟਿੰਗ? ਇਸ ਪੋਸਟਰ ਦਾ ਮਤਲਬ ਵੀ ਸਿੱਧਾ ਹੈ ਕਿ ਕਿਸਾਨ ਕਹਿ ਰਹੇ ਨੇ ਕਿ ਮੀਟਿੰਗ ਦੇ ਵਿੱਚ ਨਵਾਂ ਤਾਂ ਕੁਝ ਨਹੀਂ ਹੋ ਰਿਹਾ, ਅਸੀਂ ਵੀ ਉਹੀ ਹਾਂ ਜਿਹੜੇ ਮੀਟਿੰਗ ਕਰਦੇ ਆ ਕੇ, ਮੰਤਰੀ ਵੀ ਉਹੀ ਬੈਠਦੇ ਨੇ, ਅਧਿਕਾਰੀ ਵੀ ਉਹੀ ਬੈਠਦੇ ਨੇ, ਪਰ ਨਵਾਂ ਕੁਝ ਨਹੀਂ ਹੁੰਦਾ। ਤੇ ਸਭ ਦੇ ਵਿੱਚ ਵਾਲੇ ਇਸ ਸਮੇਂ ਅਪਡੇਟ ਤੁਹਾਨੂੰ ਦੇ ਰਹੇ ਹਾਂ। ਮੀਟਿੰਗ ਤੋਂ ਲਾਈਵ ਅਪਡੇਟ, ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼। ਐਨਆਈਏ ਨੋਟਿਸ ਸਣੇ ਕਈ ਮੁੱਦੇ ਇਸ ਮੀਟਿੰਗ ਦੇ ਪਹਿਲੇ ਸ਼ੁਰੂਆਤੀ ਘੰਟੇ ਦੇ ਵਿੱਚ ਉੱਠੇ ਨੇ, ਜੋ ਇਲਜ਼ਾਮ ਲਗਾਏ ਗਏ ਕਿ ਐਨਆਈਏ ਦੇ ਨੋਟਿਸ ਉਹਨਾਂ ਲੋਕਾਂ ਨੂੰ ਹੋਏ ਨੇ ਜੋ ਕਿਸਾਨ ਅੰਦੋਲਨ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਨੇ। ਤੇ ਇਸ ਕਰਕੇ ਇਤਰਾਜ਼ ਜਤਾਇਆ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ। ਇਹ 10ਵੇਂ ਗੇੜ ਦੀ ਮੀਟਿੰਗ ਹੈ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ। ਪੂਰਾ ਰੇੜਕਾ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਅਸੀਂ ਰੱਦ ਨਹੀਂ ਕਰਾਂਗੇ। ਸਰਕਾਰ ਆਪਣੇ ਸਟੈਂਡ ਦੇ ਉੱਤੇ ਕਾਇਮ ਹੈ ਤੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਮੈਂਡਮੈਂਟ ਕਰਵਾਓ, ਜਿਹੜੇ ਤੁਹਾਨੂੰ ਖਦਸ਼ੇ ਨੇ, ਸ਼ੰਕੇ ਨੇ, ਉਹ ਸਰਕਾਰ ਦੂਰ ਕਰਨ ਦੇ ਲਈ ਤਿਆਰ ਹੈ। ਦੂਜੇ ਪਾਸੇ ਕਿਸਾਨਾਂ ਦਾ ਪੱਖ ਜਾਣਨਾ ਜ਼ਰੂਰੀ। ਕਿਸਾਨ ਕਹਿ ਰਹੇ ਨੇ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਆਏ ਹਾਂ। ਅਸੀਂ ਖੇਤੀ ਕਾਨੂੰਨਾਂ ਦੇ ਵਿੱਚ ਕੋਈ ਬਦਲਾਅ, ਅਮੈਂਡਮੈਂਟ, ਤਰਮੀਮਾਂ ਇਸ ਦੇ ਉੱਤੇ ਗੱਲਬਾਤ ਨਹੀਂ ਕਰਾਂਗੇ। ਔਰ ਪਿਛਲਾ ਇਹ ਡੈਡਲੌਕ ਜਿਹੜਾ ਖਾਸ ਤੌਰ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ, ਇਹ ਪਿਛਲੀਆਂ ਕਈ ਮੀਟਿੰਗਾਂ ਤੋਂ ਜਾਰੀ ਹੈ। ਡੈਡਲੌਕ ਆਮ ਤੌਰ ਤੇ ਹੁੰਦਾ ਹੈ ਕਿ ਜਦੋਂ ਦੋ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਵੇ ਤਾਂ ਉਸ ਵਿਵਾਦ ਦੇ ਉੱਤੇ ਗੱਲਬਾਤ ਨਹੀਂ ਹੁੰਦੀ, ਪਰ ਇੱਥੇ ਵੱਖਰੇ ਤਰੀਕੇ ਦਾ ਡੈਡਲੌਕ ਹੈ। ਡੈਡਲੌਕ ਹੈ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਬੈਠਦੀਆਂ ਨੇ, ਗੱਲਬਾਤ ਕਰਦੀਆਂ ਨੇ ਇੱਕ ਟੇਬਲ ਦੇ ਉੱਤੇ ਆ ਕੇ। ਇਸ ਮੀਟਿੰਗਾਂ ਤੋਂ ਬਾਅਦ ਦੋਵੇਂ ਧਿਰਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਠੀਕ ਹੈ, ਗੱਲਬਾਤ ਹੋਈ ਹੈ। ਸਰਕਾਰ ਦੇ ਨੁਮਾਇੰਦੇ ਤਾਂ ਇੱਥੋਂ ਦਾ ਕਹਿੰਦੇ ਨੇ ਕਿ ਬੜਾ ਸਕਾਰਾਤਮਕ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ। ਪਰ ਜੋ ਡੈਡਲੌਕ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਸਰਕਾਰ ਤੇ ਕਿਸਾਨ ਉਸ ਇਸ਼ੂ ਦੇ ਉੱਤੇ ਅੱਗੇ ਨਹੀਂ ਵਧ ਰਹੇ। ਨਾ ਤਾਂ ਸਰਕਾਰ ਅੱਗੇ ਵਧ ਰਹੀ ਹੈ ਤੇ ਨਾ ਹੀ ਕਿਸਾਨ। ਸਰਕਾਰ ਦਾ ਤਰਕ ਹੈ ਕਿ ਅਸੀਂ ਤਾਂ ਇੱਕ ਸਟੈਪ ਵਧੇ ਹਾਂ ਤੇ ਅਸੀਂ ਤਰਮੀਮਾਂ ਕਰਨ ਨੂੰ ਤਿਆਰ ਹਾਂ। ਜਿਹੜੇ ਖਰਚੇ ਹੈਗੇ ਨੇ ਕਿਸਾਨਾਂ ਦੇ ਉਹ ਅਸੀਂ ਅਮੈਂਡਮੈਂਟ ਕਰ ਦੇਵਾਂਗੇ। ਇੱਕ 503 ਜਿਹੜਾ ਪੂਰਾ ਪ੍ਰਪੋਜ਼ਲ ਹੈ ਉਹ ਵੀ ਸਰਕਾਰ ਦੇ ਵੱਲੋਂ ਭੇਜਿਆ ਗਿਆ ਸੀ। ਤੁਹਾਨੂੰ ਯਾਦ ਹੋਏਗਾ 8 ਦਸੰਬਰ ਦੇ ਦਿਨ, 9 ਦਸੰਬਰ ਦੇ ਦਿਨ, ਜਦੋਂ ਭਾਰਤ ਬੰਦ ਤੋਂ ਅਗਲਾ ਦਿਨ ਜਦੋਂ ਮੀਟਿੰਗ ਦਾ ਸੀ। ਮੀਟਿੰਗ ਦੇ ਅੰਦਰੋਂ ਤਸਵੀਰਾਂ ਆ ਰਹੀਆਂ ਨੇ, ਗੱਲਬਾਤ ਸਾਡੀ ਜਾਰੀ ਰਹੇਗੀ, ਪਰ ਅਪਡੇਟ ਤੁਹਾਨੂੰ ਕਰਦੇ ਰਹਾਂਗੇ। ਮੀਟਿੰਗ ਦੇ ਅੰਦਰ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਲੰਗਰ ਵਰਤਾਇਆ ਜਾ ਰਿਹਾ ਹੈ। 10ਵੇਂ ਦੌਰ ਦੀ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੀਬ 1 ਘੰਟੇ ਬਾਅਦ ਬ੍ਰੇਕ ਹੋਈ ਹੈ ਤੇ 1 ਘੰਟੇ ਦੀ ਬ੍ਰੇਕ ਤੋਂ ਬਾਅਦ ਜਿਹੜੀਆਂ ਇਹ ਤਸਵੀਰਾਂ ਹੁਣ ਆਈਆਂ ਨੇ ਤੇ ਮੀਟਿੰਗ ਇਸ ਸਮੇਂ ਜਾਰੀ ਹੈ। ਮੀਟਿੰਗ ਦੇ ਵਿੱਚ ਲੰਚ ਬ੍ਰੇਕ ਹੋਇਆ। ਲੰਚ ਬ੍ਰੇਕ ਦੇ ਵਿੱਚ ਲੰਗਰ ਉੱਥੇ ਛਕਿਆ ਜਾ ਰਿਹਾ ਹੈ। ਜਿਵੇਂ ਪਹਿਲਾਂ ਵੀ ਆਏ ਸੀ ਬਲਦੇਵ ਸਿਰਸਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ, ਡਾਕਟਰ ਦਰਸ਼ਨਪਾਲ ਨਜ਼ਰ ਆ ਰਹੇ ਨੇ, ਜਗਜੀਤ ਸਿੰਘ ਡੱਲੇਵਾਲ ਉੱਥੇ ਨਜ਼ਰ ਆਏ ਨੇ ਤੇ ਵਰਤਾਉਣ ਵਾਲੇ ਵੀ ਜਿਹੜੇ ਹੈਗੇ ਨੇ ਕਿਸਾਨ ਆਗੂ, ਉਹਨਾਂ ਦੇ ਵੱਲੋਂ ਵਰਤਾਇਆ ਵੀ ਜਾ ਰਿਹਾ ਤੇ ਲੰਗਰ ਖਾਇਆ ਵੀ ਜਾ ਰਿਹਾ। ਖਾਸ ਇਹ ਹੈ ਕਿ ਹੁਣ ਤੱਕ ਤਸਵੀਰ ਮੈਂ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗਾ। ਪੰਕਜ ਕਪਾਹੀ, ਰੋਹਿਤ ਬੰਸਲ ਸਾਡੇ ਨਾਲ ਨੇ। ਲਗਾਤਾਰ ਮੈਂ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗਾ ਕਿ ਅੱਜ ਮੰਤਰੀ ਖਾਣਾ ਨਾਲ ਖਾ ਰਹੇ ਨੇ ਜਾਂ ਨਹੀਂ, ਕਿਉਂਕਿ ਇੱਕ ਦੋ ਵਾਰ ਤਸਵੀਰਾਂ ਅਜਿਹੀਆਂ ਆਈਆਂ ਕਿ ਮੰਤਰੀ ਖੁਦ ਬੈਠ ਕੇ ਜਿਹੜੇ ਨਾਲ ਕਿਸਾਨਾਂ ਦੇ ਲੰਚ ਕਰਦੇ ਹੋਏ ਨਜ਼ਰ ਆਏ ਸੀ। ਤਾਂ ਅੱਜ ਦੀ ਹੁਣ ਤੱਕ ਦੀ ਤਸਵੀਰ ਅਜਿਹੀ ਨਜ਼ਰ ਕੋਈ ਨਹੀਂ ਆਈ। ਕੋਸ਼ਿਸ਼ ਹੋਏਗੀ ਇਸ ਦੇ ਉੱਤੇ ਵੀ ਅਪਡੇਟ ਲੈ ਸਕੀਏ। ਦੇਖੋ, ਲੰਗਰ ਤਾਂ ਕੋਈ ਵੀ ਛਕ ਸਕਦਾ, ਲੰਗਰ ਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਖੈਰ, ਆਪੋ ਆਪਣੇ ਤਰਕ ਦਿੱਤੇ ਜਾਂਦੇ ਨੇ ਤੇ ਖਾਣੇ ਦੇ ਸਮੇਂ ਵੀ, ਕਿਉਂਕਿ ਮੰਤਰੀ ਆਪਸ ਦੇ ਵਿੱਚ ਬੈਠ ਕੇ ਉੱਥੇ ਜਿਹੜਾ ਭੋਜਨ ਦਾ ਸਮਾਂ, ਲੰਚ ਬ੍ਰੇਕ ਦਾ ਸਮਾਂ, ਉਸ ਸਮੇਂ ਆਪਸ 'ਚ ਬੈਠ ਕੇ ਜਦੋਂ ਖਾਣਾ ਖਾਂਦੇ ਹੋਣਗੇ ਤਾਂ ਹੋ ਸਕਦਾ ਕਿ ਉਸ ਸਮੇਂ ਵੀ ਉਹ ਕੋਈ ਨਾ ਕੋਈ ਗੱਲਬਾਤ ਕਰਦੇ ਹੋਣ ਕਿ ਇਹ ਤਾਂ ਗੱਲ ਬਣ ਨਹੀਂ ਰਹੀ ਜਾਂ ਅੱਗੇ ਕੀ ਕਰਨਾ ਹੈ। ਸਰਕਾਰ ਤੱਕ, ਜਿਹੜੇ ਪ੍ਰਧਾਨ ਮੰਤਰੀ ਤੱਕ ਜਾਂ ਗ੍ਰਹਿ ਮੰਤਰੀ ਤੱਕ ਇਹ ਪੂਰਾ ਜਿਹੜਾ ਮਾਮਲਾ ਪਹੁੰਚਾਇਆ ਜਾਂਦਾ ਹੋਵੇ, ਉਸ ਦੇ ਉੱਤੇ ਵੀ ਗੱਲਬਾਤ ਹੁੰਦੀ ਹੋਏਗੀ। ਇਹ ਤਸਵੀਰਾਂ ਲਗਾਤਾਰ ਪਹੁੰਚਾ ਰਿਹਾ, ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ। ਲਗਾਤਾਰ ਸਾਡੇ ਸਹਿਯੋਗੀ ਸਾਡੇ ਨਾਲ ਨੇ ਪਲ-ਪਲ ਦੀ ਅਪਡੇਟ ਦੇ ਨਾਲ। ਰੋਹਿਤ ਬੰਸਲ, ਸਿੱਧਾ ਰੁਕ ਕਰਦੇ ਹਾਂ। ਰੋਹਿਤ, ਲੰਗਰ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ। ਪਹਿਲਾ ਸਵਾਲ ਸਾਡਾ ਇਹ ਹੈ ਕਿ ਲੰਗਰ ਅੱਜ ਕਿਸਾਨ ਇਕੱਲੇ ਕਰ ਰਹੇ ਨੇ, ਖਾ ਰਹੇ ਨੇ, ਛਕ ਰਹੇ ਨੇ, ਜਾਂ ਫਿਰ ਮੰਤਰੀ ਵੀ ਨਾਲ ਨੇ? ਇਹ ਇਸ ਕਰਕੇ ਵੀ ਇੰਪੋਰਟੈਂਟ ਰੋਹਿਤ ਹੋ ਜਾਂਦਾ। ਤੁਸੀਂ ਵੀ ਸਮਝਦੇ ਹੋਵੋਗੇ ਕਿ ਜੇਕਰ ਇਕੱਠੇ ਬੈਠਦੇ ਨੇ ਤਾਂ ਸਮਝਿਆ ਜਾ ਸਕਦਾ ਕਿ ਮੀਟਿੰਗ 'ਚ ਮਾਹੌਲ ਬਹੁਤ ਵਧੀਆ। ਆਮ ਤੌਰ ਤੇ ਅਸੀਂ ਕਿਆਸ ਲਗਾਉਂਦੇ ਹਾਂ ਜੀ। ਕੀ ਕੁਝ ਤੁਹਾਡੇ ਕੋਲ ਇਸ ਸਮੇਂ ਅਪਡੇਟ?
गौरव जेकर अज के दिन की गल की जाए तो अज के दिन फिलहाल मंत्री लंगर नाल नहीं खा रहे और जिहड़ी पिछली मीटिंग सी पिछली मीटिंग विच भी कुछ अजिहा ही होया सी जदों मंत्रियों ने नाल बैठ के लंगर नहीं खादा सी। लंच ब्रेक दे विच मंत्रियों ने किसानां नाल बैठ के लंगर नहीं खादा सी और अज दे दिन भी मंत्रियों ने किसानां नाल बैठ के लंगर नहीं खादा। पर पिछली 2-3 मीटिंगां तो पहलां जदों 7वें गेट की शायद मीटिंग सी तो उस समय किसानां दे नाल बैठ के जदों मंत्रियों ने लंगर खादा सी तो एक वधिया तस्वीर सामने आई सी। लग रहा सी कि शायद जिहड़ी एक सुखावे माहौल विच मीटिंग हो रही है। जदों सुखावे माहौल विच मीटिंग हुंदी है तो उस समय मंत्री जदों नाल बैठ के खाना खांदे ने तो लगता है कि कुछ पॉजिटिव माहौल पैदा हो रहा है और जिहड़ी गलबात दा माहौल वो भी पॉजिटिव वे वाल जा रहा है। पर अज दी मीटिंग दे विच हाले तक तिन्ने कानूनां नूं लैके जां जिहड़ियां मुख एजेंडा सी कह सकते हैं मुख एजेंडे नूं लैके जिहड़े नूं लैके धरने चल रहे हैं जिन्होंने लैके ये मीटिंगां हो रही ने तिन्ने कानूनां नूं रद्द कराउण नूं लैके और जिहड़ा MSP उस नूं लीगल राइट देण दे मुद्दे नूं लैके जिहड़ी चर्चा हो रही है जिहड़े धरने लग रहे उस नूं लैके हाले तक कोई भी गल नहीं हुई। हाले तक मुख तौर ते NIA दा मुद्दा जिहड़े किसान आगूआं नूं जां इस दे नाल जुड़े हुए लोकां नूं NIA दे नोटिस जारी होए आ उन्हां नूं लैके चर्चा हुई। उस तो बाद जिहड़े BJP दे एक लीडर दी चिट्ठी वायरल हुंदी है जिस दे विच एक भड़काऊ भाषण दा जिक्र किया जाता है पर उसका मोड़वा जवाब दिता जाता है कि यह जिहड़ी चिट्ठी है ये फेक है और इस दे खिलाफ एक FIR भी दर्ज हो चुकी है। और तीजा मुद्दा जिहड़ा शिमला दे विच प्रदर्शन किया जा रहा सीगा तो उस दे विच जदों बंदियां नूं अरेस्ट करके 5 घंटे पुछगिछ की जाती है उस तो बाद छड्ड दिता जाता है। ये तिन्ने मुद्दों नूं लैके चर्चा हुई है। किते ना किते मुद्दे तो जरूर एक किसान अंदोलन नाल जुड़े हुए ने पर जिहड़ियां मुख मंगां दी असीं गल करिए मंगां दे नाल इन्हां मुद्दिआं दा कोई ताल्लुकात नहीं और सीधे तौर ते जिहड़ियां चीज़ां नूं लैके हुण तक मुलाकात दे विच जिहड़े मुद्दिआं नूं लैके गलबात होनी सी हाले तक उन्हां मुद्दिआं नूं लैके गलबात ही शुरू नहीं हो सकी और लंच ब्रेक जिहड़ी पहले दौर की मीटिंग है वो खत्म हो चुकी है। इस तो इलावा हुण तो कुछ देर बाद जदों दूजे दौर की मीटिंग शुरू होएगी तो हो सकता है कि MSP नूं लैके चर्चा होवे। हालांकि कहा जा रहा सी कि पहले दौर दे विच थोड़ी बहुती गल MSP नूं लैके भी हुई है। सरकार ने एक बार फिर कहा कि असीं तुहानूं लिखती रूप विच जिहड़ी MSP दा लीगल राइट देण लई तैयार हाँ तो उस चीज़ नूं लैके थोड़ी बहुत गलबात जरूर हुई है पर वो भी गलबात कोई सिरे नहीं चढ़ सकी और उस तो बाद कुछ किसान आगूआं ने अपने सामने लिख के लाया कि उही मंत्री उही जगह एक मीटिंग होर तो किते ना किते जिहड़ी 3 मंत्रियों का जिक्र किया जाता है क्योंकि पहली मीटिंग तो लैके असीं अखीरली मीटिंग तक गल करिए तो मुख तौर पर 3 मंत्री पीयूष गोयल जो रेल मंत्री ने और खेतीबाड़ी मंत्री नरेंद्र तोमर और जिहड़े पंजाब तो हुशियारपुर तो मंत्री आउंदे ने सोम प्रकाश उही इन्हां तिन्ने मीटिंगां दा हिस्सा बनते रहे ने। तिन्ने मंत्री इन्हां मीटिंगां दा हिस्सा बनते रहे तो किते ना किते किसानां ने अज एक तंज कस्सिया कि उही मंत्री ने उही जगह हुंदी है लगभग उही समा हुंदा पर मुद्दों ते विचार चर्चा नहीं की जाती। हर बार मुद्दे पुराने ही हुंदे कि इन्हां बिलां विच सोध कर ली जाए इन्हां बिलां नूं होर तुसीं दसो कि जिहड़ियां गलतियां उन्हां नूं सुधार लिया जाए जेकर तुहानूं कोई चेंज की लोड़ लगती है तो वह कर ली जाए। उही मुद्दे बार बार किए जा रहे हैं पर किसान पहलां भी कह चुके हैं कि साडा मुद्दा इन्हां बिलां दे विच सोध करना नहीं बल्कि साडा मुद्दा इन्हां बिलां नूं रद्द कराउणा और जिस दिन सरकार दी मनसा होएगी कि असीं बिलां नूं रद्द कराउणा तुसीं उस दिन सानूं बुला लेना। बेफालतू सानूं तुसीं बुला के ना तां तुसीं अपना समा खराब करो ना साडा समा खराब करो। 15 तरीक की मीटिंग दे विच किसानां ने 2 टुक जवाब ये दिता सी। बलबीर सिंह राजेवाल होरां ने यह गल कही सी कि तुसीं 19 तरीक की मीटिंग क्योंकि कल पहला 19 तरीक की मीटिंग सी उस तो बाद 20 तरीक की मीटिंग की गई सी कि जेकर तुहानूं लग रहा कि तुसीं कानून रद्द कर सकते हो फिर ही तुसीं सानूं मीटिंगां विच बुलाओ बेफालतू मीटिंगां विच ना बुलाया जाए। जी गौरव ठीक है मैं अपडेट के लिए तुहाडे कोल आवांगा। रोहित असीं लगातार अपडेट अपने दर्शकों तक पहुंचाने की कोशिश कर रहे हैं। इस समय लंच ब्रेक चल रहा है लंच ब्रेक दी तस्वीरां तुहानूं दिखा रहे हैं अंदर जो लंगर छकिया जा रहा है किसान आगूआं दे वल्लों ते लंगर वरताया उत्थे जा रहा है ते फिर हेठां फर्श दे उत्ते बैठ के ही जिहड़ा लंगर छकिया भी जा रहा है किसान आगूआं दे वल्लों। ये तस्वीरां लगातार मीटिंग दे विचों पहलां भी निकल के सामने आउंदियां रहियां ने। मीटिंग का लाइव अपडेट असीं तुहाडे तक पहुंचाने की कोशिश कर रहे हैं। तुसीं न्यूज़ 18 दे नाल बने रहो। साडी ये भी कोशिश है कि सही जानकारी बिल्कुल तथ्यां ते आधारित वो तुहाडे कोल पहुंचे कि इस समय अंदर हो की रहा है और जरूर बिल्कुल सही जानकारी तुहाडे तक साडे दर्शकों तक पहुंचनी जरूरी भी है। इस समय जो जानकारी रोहित बंसल भी दे रहे हैं कि पहला पॉइंट 1 घंटे बाद लंच ब्रेक हुई है ते इस लंच ब्रेक दे विच लंगर छकदे हुए अज मंत्री कोई नाल हुण तक नजर नहीं आया क्योंकि कुछ मीटिंगां दे विच तां खेतीबाड़ी मंत्री भी खुद नरेंद्र सिंह तोमर आके लंगर छकदे नजर आए सी। कुछ मीटिंगां दे विच जदों तलखी हो गई सी पहले ही सैशन दे विच तो उस समय फिर लंच ब्रेक के दौरान सोम प्रकाश आउंदे ने किसानां दे नाल गलबात उन्हां दे वल्लों कीती गई सी। हुण तक वो तस्वीरां दे विच नजर नहीं आए ने। ये तस्वीरां असीं तुहानूं अंदर दीयां दिखा रहे हैं। थोड़ी देर दे विच मीटिंग दोबारा तो शुरू होएगी ते उत्थे की गलबात हुंदी है उस दे उत्ते साडा पूरी नजर रहेगी तुहाडे तक अपडेट पहुंचावांगे। दूजी गल पहले घंटे च की होया देखो किसान बहुत क्लीयर कर रहे हैं कि खेती कानूनां दे उत्ते असीं कोई गल नहीं करनी। MSP दे मुद्दे उत्ते पिछली मीटिंग दे दौरान भी
ਗੱਲਬਾਤ ਦਾ ਜ਼ਿਕਰ ਹੋ ਰਿਹਾ ਸੀ ਕਿ ਗੱਲਬਾਤ ਕੀਤੀ ਜਾਵੇ ਐਮਐਸਪੀ ਨੂੰ ਲੈ ਕੇ। ਸਰਕਾਰ ਐਮਐਸਪੀ ਦੇ ਉੱਤੇ ਕਹਿ ਚੁੱਕੀ ਹੈ ਕਿ ਅਸੀਂ ਲਿਖਿਤ ਭਰੋਸਾ ਦੇਣ ਦੇ ਲਈ ਤਿਆਰ ਹਾਂ। ਕਿਸਾਨ ਕਹਿ ਰਹੇ ਨੇ ਕਿ ਠੀਕ ਹੈ ਐਮਐਸਪੀ ਦੇ ਉੱਤੇ ਗੱਲਬਾਤ ਕਰੋ। ਐਮਐਸਪੀ ਤੇ ਗੱਲਬਾਤ, ਕਿਉਂਕਿ ਅਸੀਂ ਲਗਾਤਾਰ ਜ਼ਿਕਰ ਇਹ ਵੀ ਕਰਦੇ ਆਏ ਹਾਂ ਕਿ ਐਮਐਸਪੀ ਤੇ ਕੀ ਵਾਕਈ ਸਰਕਾਰ ਕਾਨੂੰਨ ਬਣਾਉਣ ਵਰਗਾ ਕੋਈ ਕਦਮ ਚੁੱਕ ਸਕਦੀ ਹੈ। ਬਹੁਤ ਵੱਡੀ ਗੱਲ ਹੋ ਜਾਏਗੀ ਜੇਕਰ ਕਾਨੂੰਨ ਬਣਾ ਦਿੱਤਾ ਜਾਂਦਾ। ਇੱਕ ਬਹੁਤ ਵੱਡੀ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਖਬਰ ਹੋਏਗੀ ਜੇਕਰ ਸਰਕਾਰ ਕੋਈ ਅਜਿਹਾ ਕਦਮ ਚੱਕਦੀ ਹੈ। ਹੁਣ ਤੱਕ ਸਰਕਾਰ ਦੇ ਵੱਲੋਂ ਉਸ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਗਈ। ਹਾਲਾਂਕਿ ਮੀਟਿੰਗ ਦੇ ਵਿੱਚ ਇਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸੀ। ਤੁਹਾਨੂੰ ਯਾਦ ਹੋਏਗਾ 8 ਤਰੀਕ ਨੂੰ ਜਿਹੜੀ ਭਾਰਤ ਬੰਦ ਸੀ, ਜਿਸ ਦਿਨ 8 ਦਸੰਬਰ ਨੂੰ, ਉਸ ਦਿਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋਈ ਸੀ ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਐਮਐਸਪੀ ਉਹ ਲਾਜ਼ਮੀ ਕਰੋ ਨਾ। 23 ਦੀਆਂ 23 ਫਸਲਾਂ ਜਿਨ੍ਹਾਂ ਦੇ ਉੱਤੇ ਐਮਐਸਪੀ ਸਾਨੂੰ ਮਿਲਦਾ ਉਸ ਦੇ ਉੱਤੇ ਖਰੀਦ ਹੋਵੇ, ਸਰਕਾਰੀ ਖਰੀਦ ਹੋਵੇ। ਤਾਂ ਸਰਕਾਰ ਦੇ ਵੱਲੋਂ ਤਰਕ ਦਿੱਤਾ ਗਿਆ, ਕਿਸਾਨਾਂ ਦਾ ਦਾਅਵਾ ਹੈ ਕਿ ਸਰਕਾਰ ਦੇ ਵੱਲੋਂ ਤਰਕ ਦਿੱਤਾ ਗਿਆ ਕਿ 16-17 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੈ ਜੇਕਰ ਅਸੀਂ ਸਾਰੀ ਜਿੰਸ ਖਰੀਦਦੇ ਹਾਂ, ਜੇ ਸਾਰੀਆਂ ਫਸਲਾਂ ਖਰੀਦਦੇ ਹਾਂ, ਸਰਕਾਰ ਦੇ ਲਈ ਪੋਸੀਬਲ ਨਹੀਂ ਹੈ। ਤਾਂ ਐਮਐਸਪੀ ਨੂੰ ਲੈ ਕੇ ਵੀ ਇੱਕ ਰੇੜਕਾ ਤਾਂ ਲਾਜ਼ਮੀ ਤੌਰ ਦੇ ਉੱਤੇ, ਤੇ ਸਵਾਲ ਇਹ ਵੀ ਹੈ ਕਿ ਐਮਐਸਪੀ ਦੇ ਉੱਤੇ ਕੋਈ ਕਾਨੂੰਨ ਬਣਾਇਆ ਜਾ ਸਕਦਾ ਹੈ ਜਾਂ ਐਮਐਸਪੀ ਨੂੰ ਲੈ ਕੇ ਚਰਚਾ ਕੀ ਹੋਏਗੀ। ਤੇ ਹੋਰ ਜਿਹੜਾ ਪਹਿਲੇ ਘੰਟੇ ਦੇ ਵਿੱਚ ਕੀ ਕੁਝ ਹੋਇਆ, ਕਿਸਾਨ ਇਤਰਾਜ਼ ਵੀ ਜਤਾ ਰਹੇ ਨੇ। ਦੇਖੋ ਖੇਤੀ ਕਾਨੂੰਨਾਂ ਉੱਤੇ ਗੱਲਬਾਤ ਹੈ, ਇਸ ਵਿਚਾਲੇ ਐਮਐਸਪੀ ਦੇ ਉੱਤੇ ਗੱਲਬਾਤ ਦਾ ਜ਼ਿਕਰ ਹੈ, ਪਰ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਖਦਸ਼ੇ ਨੇ ਜਾਂ ਜਿਹੜੇ ਕਿਸਾਨਾਂ ਦੇ ਇਤਰਾਜ਼ ਨੇ ਉਹ ਵੀ ਮੀਟਿੰਗ ਦੇ ਵਿੱਚ ਰੱਖੇ ਜਾ ਰਹੇ ਨੇ। ਮੀਟਿੰਗ ਦੇ ਵਿੱਚ ਐਨਆਈਏ ਦੇ ਨੋਟਿਸ ਦਾ ਮੁੱਦਾ ਗੁੰਜਿਆ ਹੈ ਕਿ ਐਨਆਈਏ ਦੇ ਨੋਟਿਸ ਜਿਹੜੇ ਕਿਸਾਨਾਂ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਲੋਕ ਜੁੜੇ ਹੋਏ ਨੇ, ਉਹਨਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਤਲਬ ਕੀਤਾ, ਉਹਨਾਂ ਨੂੰ ਨੋਟਿਸ ਕਿਉਂ ਭੇਜੇ ਜਾ ਰਹੇ ਨੇ। ਸਰਕਾਰ ਤੇ ਇਲਜ਼ਾਮ ਲਗਾਉਂਦੇ ਨੇ ਜਿਹੜੇ ਕਿਸਾਨ ਆਗੂ ਨੇ, ਕਿਉਂਕਿ ਇੱਕ ਕਿਸਾਨ ਆਗੂ ਤਾਂ ਬਲਦੇਵ ਸਿੰਘ ਸਿਰਸਾ, ਉਹਨਾਂ ਨੂੰ ਵੀ ਚਲਾ ਗਿਆ ਨੋਟਿਸ, ਹਾਲਾਂਕਿ ਉਹ ਹੁਣ ਤੱਕ ਪੇਸ਼ ਨਹੀਂ ਹੋਏ ਨੇ, ਤਾਂ ਉਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਜਾ ਰਿਹਾ। ਹਾਲਾਂਕਿ ਇਸ ਦੇ ਉੱਤੇ ਕੋਈ ਤਫਸੀਲ ਨਾਲ ਗੱਲ ਹੋਈ ਹੈ ਜਾਂ ਹੋਏਗੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਤੇ ਦੂਜੀ ਗੱਲ ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਸ਼ਿਮਲਾ ਦੇ ਵਿੱਚ ਜਿਸ ਤਰੀਕੇ ਨਾਲ 3 ਨੌਜਵਾਨ ਪਹੁੰਚੇ ਸੀ, ਉਹਨਾਂ ਨੂੰ ਕਿਹਾ ਗਿਆ ਕਿ 4-5 ਘੰਟੇ ਹਿਰਾਸਤ ਦੇ ਵਿੱਚ ਰੱਖਿਆ ਗਿਆ, ਉਸ ਤੋਂ ਬਾਅਦ ਛੱਡਿਆ ਗਿਆ, ਉਹ ਵੀ ਮੁੱਦਾ ਗੁੰਜਿਆ ਹੈ। ਤੇ ਇੱਕ ਪੋਸਟਰ ਨਵਾਂ ਨਜ਼ਰ ਆਇਆ। ਪਹਿਲੀ ਵਾਰ ਜਿਹੜਾ ਪੋਸਟਰ ਨਜ਼ਰ ਆਇਆ ਸੀ ਉਸ ਦੇ ਉੱਤੇ ਲਿਖਿਆ ਗਿਆ ਸੀ ਯੈਸ ਔਰ ਨੋ, ਮਤਲਬ ਖੇਤੀ ਕਾਨੂੰਨਾਂ ਦੇ ਉੱਤੇ ਤੁਸੀਂ ਜੇਕਰ ਰੱਦ ਕਰ ਰਹੇ ਹੋ ਤਾਂ ਯੈਸ ਕਰੋ, ਜੇਕਰ ਨਹੀਂ ਰੱਦ ਕਰ ਰਹੇ ਤਾਂ ਨੋ ਕਰੋ, ਇਹ ਕਿਸਾਨਾਂ ਨੇ ਕਿਹਾ ਸੀ। ਉਸ ਤੋਂ ਬਾਅਦ ਇੱਕ ਹੋਰ ਪੋਸਟਰ ਨਜ਼ਰ ਆਇਆ ਪਿਛਲੀਆਂ ਮੀਟਿੰਗਾਂ ਦੇ ਵਿੱਚ, ਜਿਸ ਦੇ ਵਿੱਚ ਲਿਖਿਆ ਗਿਆ ਸੀ ਜਿੱਤਾਂਗੇ ਜਾਂ ਮਰਾਂਗੇ। ਤਾਂ ਇਹ ਵੀ ਇੱਕ ਪੋਸਟਰ ਸੀ ਤੇ ਹੁਣ ਇੱਕ ਹੋਰ ਪੋਸਟਰ ਆਇਆ ਤੇ ਉਸ ਪੋਸਟਰ ਦੇ ਵਿੱਚ ਲਿਖਿਆ ਗਿਆ ਕਿ ਉਹੀ ਲੋਕ ਨੇ, ਉਹੀ ਕਿਸਾਨ ਨੇ, ਉਹੀ ਮੰਤਰੀ ਨੇ, ਉਹੀ ਥਾ ਏ ਤੇ ਇੱਕ ਹੋਰ ਮੀਟਿੰਗ ਹੋਰ ਹੋਵੇਗੀ ਕੁਐਸਚਨ ਮਾਰਕ ਦੇ ਨਾਲ। ਇਸ ਦਾ ਮਤਲਬ ਇਹੀ ਹੈ ਕਿ ਕਿਸਾਨ ਇਹੀ ਸਮਝਾਉਣ ਦੀ ਜਾਂ ਤੁਸੀਂ ਕਹਿ ਸਕਦੇ ਹੋ ਇੱਕ ਤੰਜ ਕਸਿਆ ਜਾ ਰਿਹਾ ਹੈ ਕਿ ਆਖਿਰ ਜੇਕਰ ਅੰਦਰ ਮੀਟਿੰਗਾਂ ਹੋ ਰਹੀਆਂ ਨੇ, ਹਰ ਵਾਰੀ ਮੀਟਿੰਗ ਸੱਦੀ ਜਾਂਦੀ ਹੈ, ਦੇਖੋ ਦੋਵੇਂ ਤਰ੍ਹਾਂ ਪਹੁੰਚਦੀਆਂ ਨੇ, ਇਹ ਵੀ ਬਹੁਤ ਇੰਪੋਰਟੈਂਟ ਹੈ, ਬਹੁਤ ਸਮਝਣ ਵਾਲੀ ਗੱਲ ਹੈ। ਇਹ ਜਿਹੜਾ ਪੋਸਟਰ ਉਹ ਵੀ ਤੁਹਾਨੂੰ ਦਿਖਾ ਰਿਹਾ ਸੀ, ਮੀਟਿੰਗ ਦਾ ਸਥਾਨ ਤੇ ਮੰਤਰੀ ਉਹੀ, ਕੇਂਦਰ ਦੇ ਮੰਤਰੀਆਂ ਦਾ ਰਾਗ ਵੀ ਪੁਰਾਣਾ, ਇੱਕ ਹੋਰ ਹੋਵੇਗੀ ਮੀਟਿੰਗ ਹੋਵੇਗੀ। ਤੇ ਇਹ ਨਵਾਂ ਪੋਸਟਰ ਨਜ਼ਰ ਆਇਆ। ਖੈਰ ਜੋ ਅਸੀਂ ਜ਼ਿਕਰ ਕਰ ਰਹੇ ਸੀ ਕਿ ਮੀਟਿੰਗ ਦੇਖੋ ਦੋਵੇਂ ਧਿਰਾਂ ਇਸ ਸਮੇਂ ਗੱਲਬਾਤ ਤੋਂ ਪਿੱਛੇ ਨਹੀਂ ਹਟ ਰਹੀਆਂ, ਕਿਉਂਕਿ ਪਿਛਲੀਆਂ ਤੁਸੀਂ 4-5 ਮੀਟਿੰਗਾਂ ਦੇਖੋ। 30 ਦਸੰਬਰ ਵਾਲੀ ਮੀਟਿੰਗ ਦੇ ਵਿੱਚ ਜ਼ਰੂਰ ਜਿਹੜਾ ਪਰਾਲੀ ਵਾਲਾ ਮਸਲਾ ਹੈ ਜਾਂ ਬਿਜਲੀ ਸੋਧ ਬਿੱਲਸ ਦਾ ਜਿਹੜਾ ਪੂਰਾ ਮਸਲਾ ਸੀ, ਉਸ ਦੇ ਉੱਤੇ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਸਹਿਮਤੀ ਬਣੀ ਸੀ, ਜਿਸ ਨੂੰ ਲੈ ਕੇ ਅਸੀਂ ਕਹਿੰਦੇ ਹਾਂ ਕਿ ਸਾਰੇ ਕਹਿੰਦੇ ਨੇ ਕਿ ਅੱਧਾ ਹੱਲ ਹੋਇਆ ਹੈ। ਜਿਹੜਾ 2 ਮੁੱਖ ਮੰਗਾਂ ਨੇ ਉਸ ਦੇ ਉੱਤੇ ਹਜੇ ਵੀ ਰੇੜਕਾ ਹੈ। ਤਾਂ 30 ਤਰੀਕ ਦੀ ਮੀਟਿੰਗ ਹੋਵੇ ਜਾਂ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੋਈਆਂ ਨੇ 8ਵੇਂ ਗੇੜ ਦੀ, 9ਵੇਂ ਗੇੜ ਦੀ ਜਾਂ ਫਿਰ 10ਵੇਂ ਗੇੜ ਦੀ ਅੱਜ ਹੋ ਰਹੀ ਹੈ, ਇਸ ਮੀਟਿੰਗਾਂ ਦੇ ਵਿੱਚ ਕੋਈ ਪਿੱਛੇ ਨਹੀਂ ਹਟਿਆ ਹੁਣ ਤੱਕ। ਨਾ ਤਾਂ ਸਰਕਾਰ ਪਿੱਛੇ ਹਟੀ, ਉਹਨਾਂ ਦੇ ਵੱਲੋਂ ਵੀ ਸੱਦਾ ਭੇਜਿਆ ਜਾ ਰਿਹਾ ਤੇ ਕਿਸਾਨਾਂ ਦੇ ਵੱਲੋਂ ਵੀ ਉਸ ਸੱਦੇ ਨੂੰ ਐਕਸੈਪਟ ਕੀਤਾ ਜਾ ਰਿਹਾ ਤੇ ਉਹ ਵੀ ਫਿਰ ਮੀਟਿੰਗ ਦੇ ਲਈ ਪਹੁੰਚ ਜਾਂਦੇ ਨੇ, ਉਹ ਵੀ ਉੱਥੇ ਜਾ ਕੇ ਗੱਲਬਾਤ ਕਰਦੇ ਨੇ। ਦੋਵੇਂ ਧਿਰਾਂ ਇਸ ਸਮੇਂ ਸਮਝ ਰਹੀਆਂ ਨੇ ਕਿ ਜਿਹੜਾ ਵੀ ਪੈਰ ਪਿੱਛੇ ਖਿੱਚੇਗਾ ਗੱਲਬਾਤ ਨੂੰ ਲੈ ਕੇ ਜਾਂ ਮੀਟਿੰਗ ਦੇ ਵਿੱਚ ਨਾ ਪਹੁੰਚਣ ਨੂੰ ਲੈ ਕੇ, ਤਾਂ ਉਹਨਾਂ ਨੂੰ ਵੀ ਇਹ ਸਵਾਲਾਂ ਦਾ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਗੱਲਬਾਤ ਤੋਂ ਕਿਉਂ ਭੱਜ ਰਹੇ ਹੋ। ਤਾਂ ਦੋਵੇਂ ਧਿਰਾਂ, ਕਿਸਾਨ ਤਾਂ ਲਗਾਤਾਰ ਇਹ ਜ਼ਿਕਰ ਕਰਦੇ ਨਜ਼ਰ ਆਏ ਨੇ ਕਿ ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਾਂਗੇ, ਜਦੋਂ ਵੀ ਬੁਲਾਇਆ ਜਾਏਗਾ, ਗੱਲਬਾਤ ਦਾ ਸੱਦਾ ਹੋਏਗਾ ਤਾਂ ਅਸੀਂ ਗੱਲਬਾਤ ਦੇ ਲਈ ਹਮੇਸ਼ਾ ਤਿਆਰ ਹਾਂ। ਇੱਕ ਵਾਰੀ ਫਿਰ ਤੋਂ ਰੁਕ ਕਰਦੇ ਹਾਂ ਸਿੰਘੂ ਬਾਰਡਰ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਨੇ ਰੋਹਿਤ ਬੰਸਲ, ਉਹਨਾਂ ਦਾ ਰੁਕ ਕਰਦੇ ਹਾਂ। ਰੋਹਿਤ, ਕੀ ਕੁਝ ਤੁਹਾਡੇ ਕੋਲ ਅਪਡੇਟ ਹੈ? ਮੈਂ ਵੀ ਸਮਝਣਾ ਚਾਹਾਂਗਾ ਕਿ ਮੀਟਿੰਗ 1 ਘੰਟਾ ਹੋਈ ਹੈ, ਉਸ ਤੋਂ ਬਾਅਦ ਜਿਹੜਾ ਲੰਗਰ ਹੈ, ਲੰਚ ਬ੍ਰੇਕ ਦਾ ਕੋਈ ਸਮਾਂ ਦਿੱਤਾ ਗਿਆ ਹੈ ਕਿ ਇੰਨੀ ਦੇਰ ਦੇ ਵਿੱਚ ਆਪਾਂ ਲੰਚ ਕਰ ਲਈਏ, ਜਾਂ ਆਮ ਤੌਰ ਤੇ ਜਿਵੇਂ ਹੁੰਦਾ ਕਿ ਚਲੋ ਜਦੋਂ ਲੰਚ ਹੋ ਗਿਆ ਤਾਂ ਆਜੋ ਫਿਰ ਗੱਲਬਾਤ ਸ਼ੁਰੂ ਕਰ ਲਾਂਗੇ। ਇਸ ਸਮੇਂ ਤੁਹਾਡੇ ਕੋਲ ਲੰਚ ਬ੍ਰੇਕ ਨੂੰ ਲੈ ਕੇ ਕੀ ਹੈ? ਤੇ ਦੂਜੀ ਗੱਲ ਕਿ ਆਫੀਸ਼ੀਅਲ ਤੌਰ ਦੇ ਉੱਤੇ ਜੋ ਇਸ਼ੂਜ਼ ਨੇ 2 ਅਹਿਮ, ਇੱਕ ਖੇਤੀਬਾੜੀ ਬਿੱਲ ਤਿੰਨੋਂ ਜਿਨ੍ਹਾਂ ਨੂੰ ਰੱਦ ਕਰਵਾਉਣ ਦੀ ਮੰਗ ਹੈ ਕਿਸਾਨਾਂ ਦੀ, ਤੇ ਦੂਜਾ ਐਮਐਸਪੀ, ਇਹਨਾਂ ਦੋਵੇਂ ਇਸ਼ੂਜ਼ ਦੇ ਉੱਤੇ ਕੋਈ ਗੱਲਬਾਤ ਪਹਿਲੇ ਘੰਟੇ ਦੀ ਮੀਟਿੰਗ ਦੇ ਦੌਰਾਨ ਹੋਈ ਜਾਂ ਨਹੀਂ? ਰੋਹਿਤ,
ਤਾਂ ਰੋਹਿਤ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ, ਸ਼ਾਇਦ ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ। ਰੋਹਿਤ ਬੰਸਲ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ, ਵਿਗਿਆਨ ਭਵਨ ਤੋਂ ਲਗਾਤਾਰ ਅਪਡੇਟ ਦੇ ਰਹੇ ਨੇ। ਪੰਕਜ ਕਪਾਹੀ ਵੀ ਉੱਥੇ ਮੌਜੂਦ ਨੇ, ਉਹਨਾਂ ਦਾ ਵੀ ਰੁਕ ਕਰਾਂਗੇ ਅਸੀਂ, ਪਰ ਪਹਿਲਾਂ ਰੋਹਿਤ ਦਾ ਰੁਕ ਕਰ ਲੈਂਦੇ ਹਾਂ। ਰੋਹਿਤ ਸਾਡੇ ਨਾਲ ਨੇ। ਰੋਹਿਤ, ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਮੈਂ ਇਸ ਸਮੇਂ ਤੁਹਾਡੇ ਤੋਂ ਅਪਡੇਟ ਵੀ ਜਾਣਨਾ ਚਾਹਾਂਗਾ। ਤੇ ਦੂਜੀ ਗੱਲ ਕਿ ਪਹਿਲੇ ਘੰਟੇ ਦੀ ਮੀਟਿੰਗ ਦੇ ਵਿੱਚ ਜੋ ਦੋ ਅਹਿਮ ਇਸ਼ੂਜ਼ ਨੇ, ਕਿ ਉਹਨਾਂ ਦੇ ਉੱਤੇ ਕੋਈ ਗੱਲਬਾਤ ਹੋਈ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪੂਰੇ ਮੁੱਦੇ ਉੱਤੇ, ਤੇ ਦੂਜਾ ਐਮਐਸਪੀ ਨੂੰ ਲੈ ਕੇ ਇਹਨਾਂ ਦੇ ਉੱਤੇ ਕੋਈ ਸਪੈਸੀਫਿਕਲੀ ਗੱਲਬਾਤ ਹੋਈ ਹੋਵੇ ਕਿ ਠੀਕ ਹੈ ਇਸ ਤੇ ਗੱਲਬਾਤ ਅੱਗੇ ਵਧੇ? ਜੀ ਬਿਲਕੁਲ, ਜੇਕਰ ਅੱਜ ਦੀ ਮੀਟਿੰਗ ਨੂੰ ਗੱਲ ਕਰੀ ਜਾਵੇ ਤਾਂ ਅੱਜ ਦੀ ਮੀਟਿੰਗ ਵਿੱਚ ਜਦੋਂ ਕਿਸਾਨਾਂ ਨੇ ਕਿਹਾ, ਗੁਰਨਾਮ ਸਿੰਘ ਚੜੂੰਨੀ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਕਿ ਅਸੀਂ ਐਮਐਸਪੀ ਦੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਤਾਂ ਕੇਂਦਰ ਦੇ ਮੰਤਰੀਆਂ ਨੇ ਜਵਾਬ ਦਿੱਤਾ ਕਿ ਫਿਲਹਾਲ ਦੀ ਘੜੀ ਆਪਾਂ ਐਮਐਸਪੀ ਦੀ ਬਜਾਏ ਤਿੰਨੇ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕਰੀਏ। ਪਹਿਲਾਂ ਆਪਾਂ ਤਿੰਨੇ ਕਾਨੂੰਨਾਂ ਦਾ ਮਸਲਾ ਹੱਲ ਕਰ ਲਈਏ, ਐਮਐਸਪੀ ਤੇ ਚਰਚਾ ਉਸ ਤੋਂ ਬਾਅਦ ਕੀਤੀ ਜਾਏਗੀ। ਤਾਂ ਜਦੋਂ ਤਿੰਨੇ ਕਾਨੂੰਨਾਂ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਤਿੰਨੇ ਕਾਨੂੰਨ ਰੱਦ ਕਰ ਦਿੱਤੇ ਜਾਣ, ਤਾਂ ਕੇਂਦਰ ਦੇ ਮੰਤਰੀਆਂ ਦਾ ਜਵਾਬ ਸੀ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਜਿਹੜੇ ਲੋਕ ਨੇ ਉਹ ਇਹਨਾਂ ਕਾਨੂੰਨਾਂ ਨੂੰ ਸਪੋਰਟ ਕਰ ਰਹੇ ਨੇ, ਪਰ ਦੂਜੇ ਪਾਸੇ ਤੁਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹੋ ਤਾਂ ਤੁਹਾਡਾ ਮੁੱਦਾ ਵੀ ਜਾਇਜ਼ ਆ, ਪਰ ਦੂਜੇ ਪਾਸੇ ਜਿਹੜੇ ਲੋਕ ਸਪੋਰਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਪਿੱਛੇ ਨਹੀਂ ਰੱਖ ਸਕਦੇ। ਜੇਕਰ ਔਰ ਅਗਲੀ ਗੱਲ ਕਿਹਾ ਗਿਆ ਕਿ ਜੇਕਰ ਤੁਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੁਪਰੀਮ ਕੋਰਟ ਜਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਸਕਦੇ ਆ। ਪਰ ਜਿਹੜੇ ਕਿਸਾਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜਿਹੜੇ ਕਾਨੂੰਨ ਪਾਰਲੀਮੈਂਟ ਨੇ ਪਾਸ ਕੀਤੇ ਨੇ ਉਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਹੀ ਰੱਦ ਕਰੇ, ਨਾ ਕਿ ਸੁਪਰੀਮ ਕੋਰਟ ਰੱਦ ਕਰੇ। ਸੋ ਅੱਜ ਫੇਰ ਕੇਂਦਰ ਦੁਆਰਾ ਇੱਕ ਵਾਰ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਜ਼ਰੀਏ ਤੁਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਸਕਦੇ ਹੋ। ਜੇਕਰ ਤੁਸੀਂ ਰੱਦ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਰਸਤਾ ਅਖਤਿਆਰ ਕਰੋ, ਪਰ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਾਂਗੇ ਕਿਉਂਕਿ ਦੇਸ਼ ਦੇ ਬਹੁਤ ਸਾਰੇ ਹਿੱਸੇ ਜਿਹੜੇ ਇਹਨਾਂ ਕਾਨੂੰਨਾਂ ਦੀ ਤਾਰੀਫ ਕਰ ਰਹੇ ਨੇ। ਦੂਜੇ ਪਾਸੇ ਜਿਹੜਾ ਐਨਆਈਏ ਦਾ ਮੁੱਦਾ ਚੁੱਕਿਆ ਗਿਆ, ਜਦੋਂ ਐਨਆਈਏ ਦਾ ਮੁੱਦਾ ਚੁੱਕਿਆ ਗਿਆ ਤਾਂ ਉਸ ਦੇ ਵਿੱਚ ਕਿਹਾ ਗਿਆ ਕਿ ਐਨਆਈਏ ਵੱਲੋਂ ਜਿਹੜੇ ਨੋਟਿਸ ਜਾਰੀ ਕੀਤੇ ਗਏ ਨੇ ਉਹ ਆਗੂਆਂ ਨੂੰ ਤੁਸੀਂ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਨਾ ਦੇਖੋ, ਕਿਉਂਕਿ ਇਹ ਪੁਰਾਣੇ ਕੇਸ ਨੇ। ਪੁਰਾਣੇ ਕੇਸ ਦੇ ਮਾਮਲੇ ਦੇ ਵਿੱਚ ਇਹ ਨੋਟਿਸ ਜਾਰੀ ਹੋਏ ਨੇ ਔਰ ਐਨਆਈਏ ਆਪਣਾ ਕੰਮ ਕਰ ਰਿਹਾ। ਪਰ ਫਿਰ ਵੀ ਜੇਕਰ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਆਗੂ ਨਿਰਦੋਸ਼ ਨੇ ਤੁਸੀਂ ਉਹਨਾਂ ਦੀ ਸਾਨੂੰ ਇੱਕ ਲਿਸਟ ਦੇ ਦਿਓ। ਇੱਕ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਦੁਆਰਾ ਕਿਹਾ ਗਿਆ ਕਿ ਐਨਆਈਏ ਦੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ ਨੇ, ਜਿਹੜੇ ਆਗੂ ਤੁਹਾਨੂੰ ਲੱਗ ਰਿਹਾ ਕਿ ਨਿਰਦੋਸ਼ ਆ, ਤੁਸੀਂ ਉਹਨਾਂ ਦੀ ਸਾਨੂੰ ਇੱਕ ਲਿਸਟ ਦੇ ਦਿਓ, ਅਸੀਂ ਉਹਨਾਂ ਤੇ ਵਿਸ਼ੇਸ਼ ਰੂਪ 'ਚ ਵਿਚਾਰ ਕਰਾਂਗੇ। ਸੋ ਦੋ ਅਹਿਮ ਗੱਲਾਂ ਜਿਹੜੀਆਂ ਮੀਟਿੰਗ ਦੇ ਪਹਿਲੇ ਪੜਾਅ 'ਚੋਂ ਨਿਕਲ ਕੇ ਸਾਹਮਣੇ ਆਈਆਂ ਕਿ ਕੇਂਦਰ ਨੇ ਇੱਕ ਵਾਰ ਐਮਐਸਪੀ ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਕਿਹਾ ਕਿ ਤਿੰਨੇ ਕਾਨੂੰਨਾਂ ਨੂੰ ਜੇਕਰ ਤੁਸੀਂ ਰੱਦ ਕਰਾਉਣਾ ਚਾਹੁੰਦੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਰਸਤਾ ਅਖਤਿਆਰ ਕਰ ਸਕਦੇ ਹੋ, ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦੇ। ਔਰ ਦੂਜੀ ਗੱਲ ਕਿ ਜੇ ਐਨਆਈਏ ਦੇ ਜਿਹੜੇ ਆਗੂ ਤੁਹਾਨੂੰ ਲੱਗ ਰਹੇ ਨੇ, ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ ਨੇ, ਜਿਹੜੇ ਨਿਰਦੋਸ਼ ਲੱਗ ਰਹੇ ਨੇ, ਉਹਨਾਂ ਦੀ ਲਿਸਟ ਤੁਸੀਂ ਸਾਨੂੰ ਦੇ ਦਿਓ, ਅਸੀਂ ਉਹਨਾਂ ਤੇ ਵਿਸ਼ੇਸ਼ ਰੂਪ 'ਚ ਵਿਚਾਰ ਕਰਾਂਗੇ। ਔਰ ਤੀਜੀ ਗੱਲ ਜਿਹੜੀ ਸ਼ਿਮਲਾ ਨੂੰ ਲੈ ਕੇ ਮੁੱਦਾ ਚੁੱਕਿਆ ਜਾ ਰਿਹਾ ਸੀ ਕਿ ਸ਼ਿਮਲਾ ਦੇ ਵਿੱਚ ਜਦੋਂ ਆਗੂਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵਾਂਗੇ ਔਰ ਸ਼ਿਮਲਾ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਲਈ ਜਾਏਗੀ ਕਿ ਕਿਉਂ ਆਗੂਆਂ ਨੂੰ ਅਰੈਸਟ ਕੀਤਾ ਗਿਆ ਔਰ ਕਿਉਂ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਜੀ ਗੌਰਵ। ਜੀ ਬਿਲਕੁਲ, ਤਾਂ ਅਪਡੇਟ ਤੁਹਾਡੇ ਤੋਂ ਲੈਂਦੇ ਰਹਾਂਗੇ। ਰੋਹਿਤ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਜਿਵੇਂ ਤੁਹਾਡੇ ਕੋਲ ਕੋਈ ਖਬਰ ਪਹੁੰਚਦੀ ਹੈ, ਕੋਈ ਅਪਡੇਟ ਆਉਂਦਾ ਤਾਂ ਜ਼ਰੂਰ ਸਾਡੇ ਤੱਕ ਕੋਈ ਜਾਣਕਾਰੀ ਪਹੁੰਚਾਣਾ। ਤੇ ਇਸ ਵਿਚਾਲੇ ਇੱਕ ਵਾਰ ਫਿਰ ਤੋਂ ਅਪਡੇਟ ਦੇ ਦਈਏ, ਬਹੁਤ ਅਹਿਮ ਜਾਣਕਾਰੀ ਜੋ ਰੋਹਿਤ ਬੰਸਲ ਦੇ ਵੱਲੋਂ ਦਿੱਤੀ ਗਈ ਹੈ। ਤਾਂ ਸੁਪਰੀਮ ਕੋਰਟ ਦਾ ਰਾਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਯਾਨੀ ਕਿ ਸਿੱਧਾ ਮਤਲਬ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਾਨੂੰਨ ਤਾਂ ਰੱਦ ਨਹੀਂ ਕਰਾਂਗੇ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਅਨਕਨਸਟੀਟਿਊਸ਼ਨਲ ਨਹੀਂ ਜਾਂ ਕੋਈ ਇਸ ਦੇ ਵਿੱਚ ਦਿੱਕਤ ਹੈ ਫਿਰ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰਕੇ ਇਹਨਾਂ ਨੂੰ ਕੈਂਸਲ ਕਰਵਾ ਸਕਦੇ ਹੋ, ਇਹਨਾਂ ਨੂੰ ਰੱਦ ਕਰਵਾ ਸਕਦੇ ਹੋ। ਸਰਕਾਰ ਇੱਕ ਵਾਰ ਫਿਰ ਤੋਂ ਆਪਣਾ ਸਟੈਂਡ ਸਪਸ਼ਟ ਕਰਦੀ ਨਜ਼ਰ ਆ ਰਹੀ ਹੈ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਪਰ ਦੇਖਣਾ ਹੋਵੇਗਾ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਜਾਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਰਹੀ ਹੈ ਤਾਂ ਫਿਰ ਕਿਸਾਨ ਆਗੂ ਕੀ ਕਹਿੰਦੇ ਨੇ, ਕਿਉਂਕਿ ਕਿਸਾਨ ਲਗਾਤਾਰ ਇਹ ਜ਼ਿਕਰ ਕਰ ਰਹੇ ਨੇ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਨਹੀਂ ਕਰਾਂਗੇ, ਸੁਪਰੀਮ ਕੋਰਟ ਨੇ ਸਾਨੂੰ ਸੱਦਿਆ ਸੀ ਤਾਂ ਹੀ ਅਸੀਂ ਅਦਾਲਤ ਦਾ ਰੁਖ ਕਰਾਂਗੇ। ਤਾਂ ਰੋਹਿਤ ਬੰਸਲ ਨੇ ਇਸ ਸਮੇਂ ਜੋ ਸਾਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਮੁਤਾਬਿਕ ਇਹੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਉੱਤੇ ਜੋ ਬਿਆਨ ਦਿੱਤਾ ਗਿਆ ਹੈ, ਸਰਕਾਰ ਨੇ ਕਿਹਾ, ਸਰਕਾਰ ਦੇ ਨੁਮਾਇੰਦਿਆਂ ਨੇ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ ਜੇਕਰ ਤੁਸੀਂ ਕਾਨੂੰਨ ਨੂੰ ਰੱਦ ਕਰਵਾਉਣਾ ਚਾਹੁੰਦੇ ਹੋ। ਦਰਅਸਲ ਐਮਐਸਪੀ ਅਤੇ ਇਸ ਸਮੇਂ ਕਾਨੂੰਨ, ਇਹ ਦੋਵੇਂ ਇਸ਼ੂਜ਼ ਦੇ ਉੱਤੇ ਗੱਲਬਾਤ ਦੇ ਲਈ ਮੀਟਿੰਗ ਸੱਦੀ ਗਈ ਹੈ ਤੇ ਐਮਐਸਪੀ ਦੇ ਉੱਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਇਹ ਕਿਹਾ ਗਿਆ ਕਿ ਠੀਕ ਹੈ ਤੁਸੀਂ ਖੇਤੀ ਕਾਨੂੰਨਾਂ ਦੇ ਉੱਤੇ ਪਹਿਲਾਂ ਗੱਲਬਾਤ ਕਰ ਲਓ, ਉਸ ਤੋਂ ਬਾਅਦ ਆਪਾਂ ਐਮਐਸਪੀ ਤੇ ਗੱਲਬਾਤ ਕਰਾਂਗੇ। ਜਿਵੇਂ ਰੋਹਿਤ ਸਾਨੂੰ ਦੱਸ ਰਹੇ ਸਨ ਤਾਂ ਉੱਥੇ ਸਰਕਾਰ ਦੇ ਵੱਲੋਂ, ਕਿਉਂਕਿ ਕਿਸਾਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਠੀਕ ਹੈ ਕਾਨੂੰਨਾਂ ਦੇ ਉੱਤੇ ਗੱਲਬਾਤ ਕਰ ਲਓ, ਅਸੀਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ ਤੇ ਅਸੀਂ ਰੱਦ ਕਰਵਾਉਣ ਦੀ ਆਪਣੀ ਮੰਗ ਦੇ ਉੱਤੇ ਵਜਿੱਦਾ। ਤੇ ਇਸ ਦੇ ਉੱਤੇ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਰੱਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹੋ, ਸਰਕਾਰ ਰੱਦ ਨਹੀਂ ਕਰੇਗੀ। ਇਹ ਇੱਕ ਵੱਡੀ ਖਬਰ ਇਸ ਸਮੇਂ ਜ਼ਰੂਰ ਹੈ। ਮੈਂ ਇੱਕ ਵਾਰ ਫਿਰ ਤੋਂ ਇਸ ਦੇ ਉੱਤੇ ਅਪਡੇਟ ਤੇ ਹੋਰ ਕਲੈਰਿਟੀ ਲੈਣ ਦੀ ਕੋਸ਼ਿਸ਼ ਕਰਾਂਗਾ। ਰੋਹਿਤ ਬੰਸਲ ਸਾਡੇ ਨਾਲ ਨੇ। ਰੋਹਿਤ, ਇਸ ਦਾ ਮਤਲਬ ਇਹੀ ਕੱਢਿਆ ਜਾਵੇ ਸਪਸ਼ਟ ਸ਼ਬਦਾਂ ਦੇ ਵਿੱਚ
ਕਿ ਸਰਕਾਰ ਨੇ ਕਿਸਾਨਾਂ ਨੂੰ ਅੱਜ ਦੀ ਮੀਟਿੰਗ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਅਸੀਂ ਕਾਨੂੰਨ ਤਾਂ ਰੱਦ ਨਹੀਂ ਕਰਨੇ। ਜੇਕਰ ਤੁਸੀਂ ਕਾਨੂੰਨ ਰੱਦ ਕਰਵਾਉਣਾ ਹੀ ਚਾਹੁੰਦੇ ਹੋ ਤਾਂ ਫਿਰ ਸੁਪਰੀਮ ਕੋਰਟ ਜਾਓ। ਸਰਕਾਰ ਆਪਣੇ ਫੈਸਲੇ ਦੇ ਉੱਤੇ ਕਾਇਮ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਜੀ ਬਿਲਕੁਲ ਇਹੀ ਗੱਲ ਹੈ। ਜੱਜ ਸਭ ਤੋਂ ਪਹਿਲਾਂ ਜਦੋਂ ਗੁਰਨਾਮ ਸਿੰਘ ਚੜੂਨੀ ਨੇ ਮੁੱਦਾ ਚੱਕਿਆ ਕਿ ਅਸੀਂ ਐਮਐਸਪੀ ਦੇ ਮੁੱਦੇ ਤੇ ਸਰਕਾਰ ਨਾਲ ਚਰਚਾ ਕਰਨਾ ਚਾਹੁੰਦੇ ਆ, ਤਾਂ ਸਰਕਾਰ ਨੇ ਸਾਫ਼ ਰੂਪ ਵਿੱਚ ਇਸ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਹਿਲਾਂ ਅਸੀਂ ਚਾਹੁੰਦੇ ਕਿ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਗੱਲ ਕੀਤੀ ਜਾਵੇ। ਜਦੋਂ ਤਿੰਨੇ ਕਾਨੂੰਨਾਂ ਤੇ ਕੋਈ ਸਹਿਮਤੀ ਬਣ ਜਾਂਦੀ ਹੈ ਤਾਂ ਐਮਐਸਪੀ ਉਸ ਤੋਂ ਅੱਗੇ ਦਾ ਇਸ਼ੂ ਹੈ। ਤਾਂ ਉਸ ਤੋਂ ਬਾਅਦ ਜਦੋਂ ਤਿੰਨੇ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਤਾਂ ਕਿਸਾਨਾਂ ਨੇ ਤਰਕ ਦਿੱਤਾ ਕਿ ਜਿਹੜੇ ਤੁਸੀਂ ਕਾਨੂੰਨ ਬਣਾਏ ਨੇ ਖੇਤੀਬਾੜੀ ਦੇ ਰਿਲੇਟਡ ਕਾਨੂੰਨ ਨੇ, ਇਹ ਕਾਨੂੰਨ ਸਟੇਟ ਗਵਰਨਮੈਂਟ ਦੇ ਹਿੱਸੇ ਦੇ ਨੇ। ਤਾਂ ਕੇਂਦਰ ਨੇ ਕਿਹਾ ਕਿ ਜਿਹੜੇ ਤਿੰਨੇ ਕਾਨੂੰਨਾਂ ਦਾ ਸਾਡਾ ਮੇਨ ਮਕਸਦ ਸੀ ਕਿ ਅਸੀਂ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਪਹੁੰਚਾਉਣਾ ਚਾਹੁੰਦੇ ਹਾਂ। ਔਰ ਦੂਜੇ ਪਾਸੇ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ ਤਾਂ ਕੇਂਦਰ ਨੇ ਇੱਕ ਗੱਲ ਸਾਫ਼ ਕਰ ਦਿੱਤੀ ਕਿ ਜੇਕਰ ਤੁਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਪਰ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਾਂਗੇ ਕਿਉਂਕਿ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹ ਇਹਨਾਂ ਬਿੱਲਾਂ ਦੇ ਹੱਕ ਵਿੱਚ ਨੇ। ਹਾਂ, ਤੁਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ, ਤੁਹਾਡੇ ਵੀ ਮੁੱਦੇ ਜਾਇਜ਼ ਨੇ, ਹੋ ਸਕਦਾ ਜਿਹੜਾ ਤੁਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਹਾਡੇ ਮੁੱਦੇ ਵੀ ਜਾਇਜ਼ ਹੋਣ, ਪਰ ਜਿਹੜੇ ਲੋਕ ਇਹਨਾਂ ਦੇ ਹੱਕ ਵਿੱਚ ਨੇ ਉਹਨਾਂ ਦੇ ਲਈ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਿਵੇਂ ਕਰ ਸਕਦੇ ਹਾਂ। ਜੇਕਰ ਤੁਹਾਡੀਆਂ ਮੰਗਾਂ ਤੁਹਾਨੂੰ ਜਾਇਜ਼ ਲੱਗ ਰਹੀਆਂ ਨੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰੋ। ਸੁਪਰੀਮ ਕੋਰਟ ਜੇਕਰ ਇਹਨਾਂ ਬਿੱਲਾਂ ਨੂੰ ਰੱਦ ਕਰਦੀ ਹੈ ਤਾਂ ਉਹ ਸੁਪਰੀਮ ਕੋਰਟ ਦੁਆਰਾ ਦੇਖਿਆ ਜਾਏਗਾ। ਅਸੀਂ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਾਂਗੇ। ਫਿਲਹਾਲ ਮੇਰੇ ਨਾਲ ਪੰਕਜ ਕਪਾਹੀ ਨੇ। ਪੰਕਜ ਜੀ, ਅੱਜ ਦੀ ਜਿਹੜੀ ਇਦਾਂ ਦੀ ਸਟੇਟਮੈਂਟ ਆ ਰਹੀਆਂ ਮੀਟਿੰਗਾਂ ਦੇ ਅੰਦਰ, ਉਹ ਸਰਕਾਰ ਨੇ ਅੱਜ ਕਹਿ ਦਿੱਤਾ ਬਿੱਲਾਂ ਨੂੰ ਰੱਦ ਨਹੀਂ ਕਰਾਂਗੇ। ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਬਿੱਲਾਂ ਦੇ ਹੱਕ ਵਿੱਚ ਨੇ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਵਿਰੋਧ ਪ੍ਰਦਰਸ਼ਨ ਜਾਇਜ਼ ਨੇ ਔਰ ਤੁਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾਉਣਾ ਚਾਹੁੰਦੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਲਓ। ਬਿਲਕੁਲ, ਕਿਉਂਕਿ ਸੁਪਰੀਮ ਕੋਰਟ ਨੇ ਵੀ ਜੋ ਕਮੇਟੀ ਬਣਾਈ ਹੈ ਉੱਥੇ ਵੀ ਇਹ ਸਵਾਲ ਬਕਾਇਦਾ ਤੌਰ ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਪੁੱਛਿਆ ਸੀਗਾ ਕਿ ਅਗਰ ਕੱਲ ਨੂੰ ਕਾਨੂੰਨ ਹੋਲਡ ਦੀ ਥਾਂ ਤੇ ਲਾਗੂ ਕਰ ਦਿੱਤੇ ਜਾਂਦੇ ਨੇ ਤਾਂ ਕਿਸ ਤਰੀਕੇ ਨਾਲ ਹੋਏਗਾ। ਤਾਂ ਫਿਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕਿਸਾਨ ਦੁਬਾਰਾ ਪ੍ਰਦਰਸ਼ਨ ਕਰ ਲੈਣਾ। ਅੱਜ ਦੀ ਮੀਟਿੰਗ ਦੇ ਵਿੱਚ ਵੀ ਸਟੈਂਡ ਬਦਲਿਆ ਨਜ਼ਰ ਆ ਰਿਹਾ। ਹੁਣ ਕਿਸਾਨ ਐਮਐਸਪੀ ਤੇ ਚਰਚਾ ਕਰਨਾ ਚਾਹੁੰਦੇ, ਕਿਸਾਨ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਐਮਐਸਪੀ ਨੂੰ ਲੈ ਕੇ ਕਾਨੂੰਨ ਬਣੇ। ਲੇਕਿਨ ਅੱਜ ਗੁਰਨਾਮ ਸਿੰਘ ਨੇ ਇਹ ਮੁੱਦਾ ਚੁੱਕਿਆ। ਗੁਰਨਾਮ ਸਿੰਘ ਚੜੂਨੀ ਹਰਿਆਣਾ ਤੋਂ ਸਭ ਤੋਂ ਵੱਡੀ ਜਥੇਬੰਦੀ ਹੈ ਉਹਨਾਂ ਨੇ ਇਸ਼ੂ ਚੱਕਿਆ ਕਿ ਤਿੰਨੇ ਕਾਨੂੰਨਾਂ ਤੋਂ ਪਹਿਲਾਂ ਅਸੀਂ ਐਮਐਸਪੀ ਤੇ ਚਰਚਾ ਕਰ ਲੈਂਦੇ ਹਾਂ। ਲੇਕਿਨ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਮਨਾ ਕਰ ਦਿੱਤਾ। ਇਹ ਬ੍ਰੇਕ ਤੋਂ ਪਹਿਲਾਂ ਦੀ ਗੱਲ ਹੈ। ਬ੍ਰੇਕ ਜਦੋਂ ਹੋਣ ਲੱਗੀ ਸੀ ਉਸ ਤੋਂ ਪਹਿਲਾਂ ਗੁਰਨਾਮ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਕਿਹਾ। ਲੇਕਿਨ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਹਿਲਾਂ ਸਟੈਂਡ ਤਿੰਨੇ ਕਾਨੂੰਨਾਂ ਨੂੰ ਲੈ ਕੇ ਕਲੀਅਰ ਕਰੋ, ਸਰਕਾਰ ਸੋਧ ਕਰੇਗੀ, ਰੱਦ ਨਹੀਂ ਕਰੇਗੀ। ਔਰ ਸੋਧਾਂ ਨੂੰ ਲੈ ਕੇ ਜਥੇਬੰਦੀਆਂ ਰਾਜ਼ੀ ਨਹੀਂ ਨੇ ਔਰ ਇਸੇ ਕਰਕੇ ਬ੍ਰੇਕ ਲੈਣੀ ਪਈ ਸੀ। ਜਿਸ ਟਾਈਮ ਸਟਾਰਟਿੰਗ ਦੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਗੁਰਨਾਮ ਸਿੰਘ ਚੜੂਨੀ ਨੇ ਮੁੱਦਾ ਚੱਕਿਆ ਕਿ ਅਸੀਂ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੇ ਹਾਂ, ਪਰ ਸਰਕਾਰ ਨੇ ਕਿਹਾ ਕਿ ਐਮਐਸਪੀ ਨਹੀਂ, ਪਹਿਲਾਂ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਚਰਚਾ ਕਰੋ। ਜਿੱਦਾਂ ਹੀ ਤਿੰਨੇ ਕਾਨੂੰਨਾਂ ਨੂੰ ਲੈ ਕੇ ਚਰਚਾ ਸ਼ੁਰੂ ਹੁੰਦੀ ਹੈ ਤਾਂ ਜਿਹੜੇ ਕਿਸਾਨ ਕਹਿੰਦੇ ਨੇ ਕਿ ਜਿਹੜਾ ਖੇਤੀਬਾੜੀ ਉਹ ਸਟੇਟ ਸਬਜੈਕਟ ਹੈ, ਇਸ ਲਈ ਇਹ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਪਰ ਦੂਜੇ ਪਾਸੇ ਸਰਕਾਰ ਨੇ ਤਰਕ ਦਿੱਤਾ ਕਿ ਜਿਹੜੇ ਅਸੀਂ ਕਾਨੂੰਨ ਬਣਾਏ ਆ ਇਹ ਕਿਸਾਨਾਂ ਦੇ ਫਾਇਦੇ ਲਈ ਬਣਾਏ ਆ ਔਰ ਦੇਸ਼ ਦੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਇਸ ਦੇ ਹੱਕ ਵਿੱਚ ਨੇ। ਜੇਕਰ ਤੁਸੀਂ ਵਿਰੋਧ ਕਰ ਰਹੇ ਹੋ, ਜੇਕਰ ਤੁਹਾਡਾ ਵਿਰੋਧ ਤੁਹਾਨੂੰ ਜਾਇਜ਼ ਲੱਗ ਰਿਹਾ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰੋ ਔਰ ਸੁਪਰੀਮ ਕੋਰਟ ਤੋਂ ਇਹ ਕਾਨੂੰਨ ਰੱਦ ਕਰਾ ਲਓ। ਪਰ ਕਿਸਾਨਾਂ ਨੇ ਕਿਹਾ ਕਿ ਕਿਉਂਕਿ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਨੇ ਤਾਂ ਪਾਰਲੀਮੈਂਟ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ। ਬਿਲਕੁਲ ਰੋਹਿਤ, ਉਹੀ ਗੱਲਾਂ ਰਿਪੀਟ ਹੋ ਰਹੀਆਂ ਨੇ ਜਿਹੜੀਆਂ ਗੱਲਾਂ ਪਿਛਲੀ ਮੀਟਿੰਗ 'ਚ ਸੀਗੀਆਂ ਔਰ ਲਗਾਤਾਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਰੱਦ ਇਸ ਕਰਕੇ ਨਹੀਂ ਹੋਣਗੇ ਕਿਉਂਕਿ ਇਹ ਕਾਨੂੰਨ ਸਿਰਫ ਪੰਜਾਬ ਅਤੇ ਹਰਿਆਣੇ ਲਈ ਨਹੀਂ, ਇਹ ਕਾਨੂੰਨ ਪੂਰੇ ਦੇਸ਼ ਦੇ ਲਈ ਬਣੇ ਨੇ। ਔਰ ਉਹਨਾਂ ਨੇ ਜ਼ਿਕਰ ਉਹਨਾਂ ਦਾ ਵੀ ਕੀਤਾ ਜਿਹੜੀਆਂ ਜਥੇਬੰਦੀਆਂ ਇਸ ਦੇ ਪੱਖ ਦੇ ਵਿੱਚ ਨਰਿੰਦਰ ਸਿੰਘ ਤੋਮਰ ਹੋਰਾਂ ਨੂੰ ਹਮਾਇਤ ਦੇ ਕੇ ਆਈਆਂ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਰ ਤੁਹਾਡੇ ਜਿਹੜੇ ਇਤਰਾਜ਼ ਨੇ, ਤੁਹਾਨੂੰ ਚਾਹੇ ਇਹ ਲੱਗਦਾ ਹੈ ਕਿ ਕਾਰਪੋਰੇਟ ਘਰਾਣੇ ਆ ਜਾਣਗੇ ਔਰ ਐਸਡੀਐਮ ਤੱਕ ਪਹੁੰਚ ਹੋ ਕੇ ਐਸਡੀਐਮ ਨੂੰ ਖਰੀਦਿਆ ਜਾਏਗਾ ਤਾਂ ਕੋਰਟ ਤੱਕ ਜਾਣ ਨੂੰ ਵੀ ਅਸੀਂ ਮਨਜ਼ੂਰ ਹਾਂ। ਪ੍ਰਾਈਵੇਟ ਮੰਡੀਆਂ ਦਾ ਜ਼ਿਕਰ ਕੀਤਾ, ਲੇਕਿਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਕਾਨੂੰਨ ਰੱਦ ਹੋਣ, ਇਸ ਤੋਂ ਇਲਾਵਾ ਮਨਜ਼ੂਰ ਨਹੀਂ। ਤਾਂ ਫਿਰ ਸੁਪਰੀਮ ਕੋਰਟ ਵਿੱਚ ਜਾਣ ਦਾ ਜ਼ਿਕਰ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਇਸ ਗੱਲ ਨੂੰ ਲੱਗਦਾ ਹੈ ਕਿ ਕਾਨੂੰਨ ਰੱਦ ਕਰਵਾਉਣੇ ਆ ਤਾਂ ਸੁਪਰੀਮ ਕੋਰਟ ਚਲੇ ਜਾਓ। ਤਾਂ ਉਸ ਮੁਤਲਕ ਬਕਾਇਦਾ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਰਾਜੇਵਾਲ ਹੋਰਾਂ ਨੇ, ਡੱਲੇਵਾਲ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਕਾਨੂੰਨ ਸੁਪਰੀਮ ਕੋਰਟ ਨੇ ਨਹੀਂ ਬਣਾਏ, ਇਹ ਕਾਨੂੰਨ ਪਾਰਲੀਮੈਂਟ 'ਚ ਬਣੇ ਹੈ, ਤੁਹਾਡੀ ਸਰਕਾਰ ਨੇ ਬਣਾਏ ਔਰ ਤੁਹਾਡੀ ਸਰਕਾਰ ਹੀ ਇਸ ਨੂੰ ਰੱਦ ਕਰੇ। ਅਗਰ ਰੱਦ ਨਹੀਂ ਕਰਦੀ ਤਾਂ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ, ਇਸ ਤੋਂ ਇਲਾਵਾ ਸਾਡੀ ਕੋਈ ਹੋਰ ਮੰਗ ਨਹੀਂ ਹੈ। ਔਰ ਉਸ ਵੇਲੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਜ਼ਿਕਰ ਕੀਤਾ ਕਿ ਪਹਿਲਾਂ 15 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਜਦੋਂ ਕਮੇਟੀ ਨਹੀਂ ਬਣੀ ਸੀ ਉਦੋਂ ਸਰਕਾਰ ਐਮਐਸਪੀ ਤੇ ਚਰਚਾ ਕਰਨਾ ਚਾਹੁੰਦੀ ਸੀ, ਲੇਕਿਨ ਉਦੋਂ ਕਿਸਾਨ ਜਥੇਬੰਦੀਆਂ ਰਾਜ਼ੀ ਨਹੀਂ ਸੀ। ਉਦੋਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਨਿਊਜ਼ 18 ਦੀ ਗੱਲਬਾਤ ਹੋਈ, ਅੰਦਰ ਮੀਟਿੰਗ 'ਚ ਗੱਲਬਾਤ ਹੋਈ। ਉਹਨਾਂ ਨੇ ਕਿਹਾ ਕਿ ਅਗਰ ਜ਼ਮੀਨ ਹੀ ਨਹੀਂ ਰਹੇਗੀ ਤਾਂ ਫਿਰ ਐਮਐਸਪੀ ਦਾ ਕੀ ਫਾਇਦਾ। ਲੇਕਿਨ ਜਦੋਂ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾ ਦਿੱਤੀ ਗਈ, ਜਦੋਂ ਕਾਨੂੰਨ ਹੋਲਡ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਹੁਣ ਜਥੇਬੰਦੀਆਂ ਚਰਚਾ ਕਰਨਾ ਚਾਹੁੰਦੀਆਂ ਨੇ। ਪਿਛਲੀ ਮੀਟਿੰਗ 'ਚ ਵੀ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ ਐਮਐਸਪੀ ਨੂੰ ਲੈ ਕੇ, ਲੇਕਿਨ ਉਦੋਂ
ਤੋਮਰ ਹੋਰਾਂ ਨੇ ਕਿਹਾ, ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਗਰ ਐਮਐਸਪੀ ਨੂੰ ਲੈ ਕੇ ਸਹਿਮਤੀ ਬਣ ਗਈ ਤਾਂ ਕੀ ਅੰਦੋਲਨ ਖਤਮ ਹੋਏਗਾ? ਤਾਂ ਜਥੇਬੰਦੀਆਂ ਨੇ ਨਾਲ ਇਹ ਵੀ ਕਹਿਤਾ ਕਿ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਤਿੰਨੇ ਕਾਨੂੰਨ ਰੱਦ ਹੋਣਗੇ। ਉਹੀ ਗੱਲਾਂ ਰਿਪੀਟ ਹੋ ਰਹੀਆਂ ਅੱਜ ਦੀ ਮੀਟਿੰਗ 'ਚ, ਔਰ ਇਹ ਅੱਜ ਦੀ ਮੀਟਿੰਗ ਤੋਂ ਵੀ ਜ਼ਿਆਦਾ ਉਮੀਦਾਂ ਨਹੀਂ ਨੇ ਕਿ ਮਸਲੇ ਦਾ ਹੱਲ ਹੋ ਪਾਏਗਾ। ਔਰ ਸਰਕਾਰ ਵੀ ਹੁਣ ਐਮਐਸਪੀ ਤੇ ਚਰਚਾ ਕਰਨਾ ਨਹੀਂ ਚਾਹ ਰਹੀ। 15 ਤਰੀਕ ਤੋਂ ਬਾਅਦ ਹਾਲਾਤ ਬਦਲੇ ਨੇ, 15 ਤਰੀਕ ਤੋਂ ਬਾਅਦ ਸਰਕਾਰ ਨਹੀਂ ਚਰਚਾ ਕਰਨਾ ਚਾਹ ਰਹੀ ਐਮਐਸਪੀ ਨੂੰ ਲੈ ਕੇ, ਤਾਂ ਕਿਸਾਨ ਜਥੇਬੰਦੀਆਂ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਚਾਹ ਰਹੇ ਨੇ। ਦੂਜਾ ਮੁੱਦਾ ਜਿਹੜਾ ਐਨਆਈਏ ਦਾ ਬੇहद ਅਹਿਮ ਮੁੱਦਾ ਰਹੇਗਾ ਅੱਜ ਦੀ ਮੀਟਿੰਗ ਵਿੱਚੋਂ। ਜਿੱਦਾਂ ਹੀ ਐਨਆਈਏ ਦਾ ਮੁੱਦਾ ਆਉਂਦਾ ਹੈਗਾ ਤਾਂ ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਤੁਸੀਂ ਸਾਨੂੰ ਨੋਟਿਸ ਜਾਰੀ ਕਰ ਰਹੇ ਹੋ ਇਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਕਰਕੇ ਕਰ ਰਹੇ ਹੋ, ਪਰ ਕੇਂਦਰ ਨੇ ਇੱਕ ਗੱਲ ਸਪਸ਼ਟ ਕੀਤੀ ਕਿ ਜਿਹੜੇ ਇਹ ਮੁੱਦੇ ਹੈਗੇ ਇਹ ਕਿਸਾਨ ਅੰਦੋਲਨ ਨਾਲ ਜੋੜ ਕੇ ਨਾ ਦੇਖੇ ਜਾਣ। ਔਰ ਇੱਕ ਗੱਲ ਨਾਲ ਹੋਰ ਵੀ ਕਹੀ ਹੈ ਕਿ ਜੇਕਰ ਤੁਹਾਨੂੰ ਲੱਗ ਰਿਹਾ ਕਿ ਕੁਝ ਬੰਦੇ ਨਿਰਦੋਸ਼ ਨੇ ਤਾਂ ਤੁਸੀਂ ਸਾਨੂੰ ਉਹਨਾਂ ਦੀ ਲਿਸਟ ਦੇ ਦਿਓ, ਅਸੀਂ ਉਹਨਾਂ ਤੇ ਵਿਸ਼ੇਸ਼ ਤੌਰ ਤੇ ਵਿਚਾਰ ਕਰਾਂਗੇ। ਬਿਲਕੁਲ, ਕਿਉਂਕਿ 20 ਤੋਂ ਜ਼ਿਆਦਾ ਅਜਿਹੇ ਲੋਕ ਨੇ ਜੋ ਅੰਦੋਲਨ ਨਾਲ ਜੁੜੇ ਹੋਏ ਨੇ, ਚਾਹੇ ਖਾਲਸਾ ਏਡ ਦੀ ਗੱਲ ਕੀਤੀ ਜਾਵੇ, ਚਾਹੇ ਬਲਦੇਵ ਸਿੰਘ ਸਿਰਸਾ ਹੋਰਾਂ ਦੀ ਗੱਲ ਕੀਤੀ ਜਾਵੇ, ਵਿਨਰ ਸਿੰਘ ਹੋਰਾਂ ਦੀ ਗੱਲ ਕੀਤੀ ਜਾਵੇ, ਜਾਂ ਫਿਰ ਕੁਝ ਜਰਨਲਿਸਟ ਨੇ, ਤਾਂ ਉਹਨਾਂ ਨੂੰ ਨੋਟਿਸ ਆਣਾ। ਔਰ ਜਦੋਂ ਨੋਟਿਸ ਉਸ ਵੇਲੇ ਆਏ ਜਦੋਂ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ, 15 ਤਰੀਕ ਨੂੰ ਨੋਟਿਸ ਆਏ, 14 ਤਰੀਕ ਨੂੰ ਨੋਟਿਸ ਆਏ, ਔਰ ਇਹ ਮਸਲਾ 15 ਤਰੀਕ ਨੂੰ ਵੀ ਚੁੱਕਿਆ ਗਿਆ। ਲੇਕਿਨ 15 ਤਰੀਕ ਨੂੰ ਜਦੋਂ ਮੀਟਿੰਗ ਖਤਮ ਹੋਈ ਤਾਂ ਇਹ ਦੇਖਣ 'ਚ ਆਇਆ ਕਿ 10-15 ਲੋਕਾਂ ਨੂੰ ਹੋਰ ਨੋਟਿਸ ਆ ਗਿਆ, ਜਿਹੜੇ ਲੰਗਰ ਦੇ ਨਾਲ ਸੰਬੰਧਿਤ ਨੇ, ਜਿਹੜੇ ਟਰਾਂਸਪੋਰਟ ਦੇ ਨਾਲ ਸੰਬੰਧਿਤ ਨੇ। ਤਾਂ ਇਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ। 15 ਤਰੀਕ ਦੀ ਮੀਟਿੰਗ 'ਚ ਰੋਹਿਤ ਬਲਦੇਵ ਸਿੰਘ ਸਿਰਸਾ ਮੌਜੂਦ ਨਹੀਂ ਸੀ। ਬਲਦੇਵ ਸਿੰਘ ਸਿਰਸਾ ਉਹਨਾਂ 32 ਜਥੇਬੰਦੀਆਂ 'ਚ ਨੇ ਜੋ ਸਰਕਾਰ ਨਾਲ ਗੱਲਬਾਤ ਕਰਦੇ ਆ, ਅੰਮ੍ਰਿਤਸਰ ਤੋਂ ਆਉਂਦੇ ਆ, ਔਰ ਉਹਨਾਂ ਨੂੰ ਵੀ ਨੋਟਿਸ ਆਇਆ। ਔਰ ਉਹਨਾਂ ਨੂੰ ਜਦੋਂ ਨੋਟਿਸ ਆਇਆ ਉਹਨਾਂ ਨੇ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਮੇਰੀ ਦੋਤੀ ਦਾ ਵਿਆਹ ਹੈ, ਮੇਰੀ ਬੇਟੀ ਨਹੀਂ ਹੈ, ਔਰ ਮੇਰੀ ਦੋਤੀ ਦੇ ਵਿਆਹ ਕਰਕੇ ਮੈਂ 7 ਫਰਵਰੀ ਤੱਕ ਇਸ ਐਨਆਈਏ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ। ਔਰ ਉਸ ਤੋਂ ਬਾਅਦ ਜਥੇਬੰਦੀਆਂ ਨੇ ਫੈਸਲਾ ਲਿੱਤਾ ਹੈ ਕਿ ਐਨਆਈਏ ਦੇ ਸਾਹਮਣੇ ਕੋਈ ਪੇਸ਼ ਨਹੀਂ ਹੋਏਗਾ। 17 ਤੇ 18 2 ਦਿਨ ਅਜਿਹੇ ਸੀਗੇ ਜਦੋਂ ਐਨਆਈਏ ਨੇ ਬੁਲਾਇਆ ਸੀ, ਐਨਆਈਏ ਨੇ ਉਹਨਾਂ ਨੂੰ ਬੁਲਾਇਆ ਸੀ, ਔਰ ਇਹ ਸਾਰਿਆਂ ਦੇ ਉੱਤੇ ਇਲਜ਼ਾਮ ਨਹੀਂ ਲੱਗੇ। ਕੁਝ ਅਜਿਹੇ ਨੋਟਿਸ ਵੀ ਆਏ ਨੇ ਜਿਨ੍ਹਾਂ ਨੂੰ ਐਜ਼ ਏ ਵਿਟਨੈਸ, ਯਾਨੀ ਕਿ ਅਗਰ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ, ਕਿਉਂ ਗੱਲਬਾਤ ਹੋਈ ਹੈ, ਕਿਉਂਕਿ ਐਨਆਈਏ ਜਦੋਂ ਨੋਟਿਸ ਭੇਜਦੀ ਹੈ, ਐਨਆਈਏ ਏਜੰਸੀ ਦਾ ਮਤਲਬ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੋ ਏਜੰਸੀ ਦੇਸ਼ ਦੇ ਵਿੱਚ ਅਗਰ ਕੋਈ ਸਾਜ਼ਿਸ਼ ਕਰਦਾ, ਅਗਰ ਦੇਸ਼ ਦਰੋਹੀ ਦੀ ਪਲੈਨਿੰਗ ਕਰਦਾ ਹੈ ਜਾਂ ਫਿਰ ਅੱਤਵਾਦੀਆਂ ਦੇ ਨਾਲ ਹੁੰਦਾ ਹੈ ਜਾਂ ਅੱਤਵਾਦੀ ਕੋਈ ਹਮਲਾ ਕਰਦੇ, ਉਹਨਾਂ ਲਈ ਐਨਆਈਏ ਬਣਾਈ ਗਈ ਸੀ। ਜਿਹੜੀਆਂ ਨੋਟਿਸ ਹੈ ਤੁਸੀਂ ਵੀ ਪੜ੍ਹੇ ਹੋਗੇ, ਨੋਟਿਸ ਦੀਆਂ ਜੇ ਮੈਂ ਧਾਰਾ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ 120 ਵੀ ਲਗਾਈ ਗਈ ਸੀ ਜਿਸ ਦੇ ਤਹਿਤ ਕੀਤਾ ਜਾਂਦਾ ਕਿ ਸਾਜ਼ਿਸ਼ ਦੇ ਵਿੱਚ ਹਿੱਸੇਦਾਰੀ ਹੋਣਾ। 124 ਦੀ ਧਾਰਾ ਲਗਾਈ ਗਈ ਹੈ ਜਿਸ ਦਾ ਮਤਲਬ ਹੈ ਕਿ ਦੇਸ਼ ਧਰੋਹ ਦਾ ਹੋਣਾ। 153 ਏ ਜਿਸ ਦੇ ਤਹਿਤ ਕਿਹਾ ਜਾਂਦਾ ਕਿ ਤੁਸੀਂ ਇੱਕ ਸਟੇਟ ਦੇ ਵਿੱਚ ਜਾਂ ਇੱਕ ਭਾਈਚਾਰਕ ਸਾਂਝ ਦੇ ਵਿੱਚ ਪਵਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। 153 ਬੀ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਸ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਦੰਗੇ ਭੜਕਾਊ ਭਾਸ਼ਣ ਦੀ ਜਾਂ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਐਦਾਂ ਦੀਆਂ ਧਾਰਾਵਾਂ ਦੇ ਤਹਿਤ ਬੁਲਾਇਆ ਜਾਂਦਾ ਤਾਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਬਿਲਕੁਲ, ਇਹ ਇਸੇ ਗੱਲ ਨੂੰ ਲੈ ਕੇ ਤਾਂ ਅੱਜ ਮੀਟਿੰਗ ਦੇ ਅੰਦਰ ਮਸਲਾ ਉੱਠਿਆ ਕਿ ਜਦੋਂ ਸਿਰਫ ਵਿਟਨੈਸ ਦੇ ਤੌਰ ਤੇ ਨਹੀਂ ਬੁਲਾਇਆ ਜਾ ਰਿਹਾ ਜਦੋਂ ਇਹ ਇਲਜ਼ਾਮ ਲੱਗੇ ਨੇ ਕਿ ਦੇਸ਼ ਦਰੋਹੀ ਦੇਸ਼ ਨੂੰ ਲੈ ਕੇ ਤੋੜਨ ਨੂੰ ਲੈ ਕੇ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਫਿਰ ਦੇਸ਼ ਦਰੋਹੀ ਵਰਗੀਆਂ ਗੱਲਾਂ ਹੋ ਰਹੀਆਂ ਨੇ। ਤਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਤਾਂ ਲੰਗਰ ਨਾਲ ਜੁੜੇ ਹੋਏ ਨੇ, ਇਹ ਟਰਾਂਸਪੋਰਟ ਨਾਲ ਜੁੜੇ ਹੋਏ ਨੇ, ਇਹ ਜਥੇਬੰਦੀਆਂ ਦੇ ਨੁਮਾਇੰਦੇ ਤਾਂ ਗੱਲਬਾਤ ਕਰ ਰਹੇ ਨੇ, ਔਰ ਇਹਨਾਂ ਨੂੰ ਸੰਮਨ ਭੇਜਣਾ ਮਤਲਬ ਕਿ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਤੋਮਰ ਹੋਰਾਂ ਨੇ ਕਿਹਾ, ਕਹਿੰਦੇ ਕਿ ਏਜੰਸੀ ਆਪਣਾ ਕੰਮ ਕਰ ਰਹੀ ਹੈ, ਐਨਆਈਏ ਆਪਣਾ ਕੰਮ ਕਰ ਰਹੀ ਹੈ, ਔਰ ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਅਗਰ ਕੋਈ ਨਿਰਦੋਸ਼ ਹੋਏਗਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਔਰ ਇਸ ਵੇਲੇ ਤਸਵੀਰਾਂ ਵੀ ਆਈਆਂ ਨੇ, ਸੁਖਜਿੰਦਰ ਇਹ ਤਸਵੀਰਾਂ ਵੀ ਦਿਖਾਓ। ਲੰਚ ਬ੍ਰੇਕ ਦੇ ਵਿੱਚ ਰਿਲੈਕਸ ਮੋਡ 'ਚ ਨਜ਼ਰ ਆ ਰਹੇ ਨੇ, ਰਿਲੈਕਸ ਨੇ ਔਰ ਸੋਫਿਆਂ ਦੇ ਉੱਤੇ ਬੈਠੇ ਹੋਏ ਨੇ, ਔਰ ਉਮੀਦ ਇਹਨਾਂ ਨੂੰ ਵੀ ਜ਼ਿਆਦਾ ਲੱਗ ਨਹੀਂ ਰਹੀ। ਜਿਸ ਤਰੀਕੇ ਨਾਲ ਇਹ ਤਸਵੀਰਾਂ ਦੇਖੋ, ਉਮੀਦ ਜ਼ਿਆਦਾ ਨਹੀਂ ਲੱਗ ਰਹੀ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਨੇ ਕਾਨੂੰਨ ਰੱਦ ਕਰਨੇ ਨਹੀਂ ਔਰ ਅਸੀਂ ਬਿਨਾਂ ਕਾਨੂੰਨ ਰੱਦ ਕੀਤੇ ਜਾਣਾ ਨਹੀਂ। ਇਹ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਅੰਦਰੋਂ ਜੋ ਤਸਵੀਰਾਂ ਆ ਰਹੀਆਂ ਨੇ, ਚਾਹੇ ਜੋਗਿੰਦਰ ਉਗਰਾਹਾ ਹੋਣ ਜਾਂ ਫਿਰ ਬਾਕੀ ਲੀਡਰ ਹੋਣ, ਇਹ ਬੈਠੇ ਹੋਏ ਨੇ ਔਰ ਲਗਾਤਾਰ ਇੰਤਜ਼ਾਰ ਕਰ ਰਹੇ ਨੇ ਕਿ ਜਦੋਂ ਲੰਚ ਬ੍ਰੇਕ ਖਤਮ ਹੋਏਗਾ ਤਾਂ ਫਿਰ ਸਰਕਾਰ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ। ਔਰ ਇਸ ਵੇਲੇ ਸਰਕਾਰ ਦੇ ਨਾਲ ਜਥੇਬੰਦੀਆਂ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਚਾਹ ਰਹੀਆਂ ਨੇ, ਲੇਕਿਨ ਦੂਜੇ ਪਾਸੇ ਸਰਕਾਰ ਜਿਹੜੀ ਆ ਹੁਣ ਐਮਐਸਪੀ ਨੂੰ ਲੈ ਕੇ ਚਰਚਾ ਨਹੀਂ ਕਰਨਾ ਚਾਹ ਰਹੀ। ਐਮਐਸਪੀ ਤੋਂ ਪਹਿਲਾਂ ਸਰਕਾਰ ਚਾਹ ਰਹੀ ਹੈ ਕਿ ਤਿੰਨੇ ਕਾਨੂੰਨਾਂ ਤੇ ਫੈਸਲਾ ਹੋਵੇ, ਤਿੰਨੇ ਕਾਨੂੰਨਾਂ ਤੇ ਜਥੇਬੰਦੀਆਂ ਸਟੈਂਡ ਕਲੀਅਰ ਕਰਨ, ਉਸ ਤੋਂ ਬਾਅਦ ਐਮਐਸਪੀ ਤੇ ਚਰਚਾ ਹੋਵੇ। ਸੋ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਪੰਕਜ ਜ਼ਿਕਰ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਸਰਕਾਰ ਚਾਹੁੰਦੀ ਹੈ ਕਿ ਤਿੰਨੇ ਕਾਨੂੰਨਾਂ ਨੂੰ ਲੈ ਕੇ ਸਟੈਂਡ ਸਪਸ਼ਟ ਹੋਵੇ। ਤਿੰਨੇ ਕਾਨੂੰਨਾਂ ਤੇ ਕੀ ਇਹਨਾਂ ਵਿੱਚ ਸੋਧ ਤੇ ਗੱਲ ਬਣ ਸਕਦੀ ਹੈ, ਕੀ ਸੋਧ ਨੂੰ ਲੈ ਕੇ ਕਿਸਾਨ ਮੰਨ ਸਕਦੇ ਆ, ਪਹਿਲਾਂ ਇਸ ਚੀਜ਼ ਨੂੰ ਲੈ ਕੇ ਚਰਚਾ ਕੀਤੀ ਜਾਵੇ, ਉਸ ਤੋਂ ਬਾਅਦ ਐਮਐਸਪੀ ਤੇ ਚਰਚਾ ਕੀਤੀ ਜਾਵੇ। ਜੀ ਗੌਰਵ। जी बिल्कुल, लाजमी तौर पे पंकज जो जिक्र कर रहे सी रोहित, वो भी बहुत इंपॉर्टेंट है क्योंकि पिछले कुछ दिनों ਦੇ ਵਿੱਚ ਬਦਲਾਅ ਵੀ ਨਜ਼ਰ ਆਇਆ। ਇੱਕ ਟਾਈਮ ਸੀ ਜਦੋਂ ਸਰਕਾਰ ਕਹਿ ਰਹੀ ਸੀ ਕਿ ਠੀਕ ਹੈ ਤੁਸੀਂ ਐਮਐਸਪੀ ਦੇ ਉੱਤੇ ਗੱਲਬਾਤ ਕਰ ਲਓ, ਖੇਤੀ ਕਾਨੂੰਨਾਂ ਦੇ ਉੱਤੇ ਬਾਅਦ ਦੇ ਵਿੱਚ ਵਿਚਾਰ ਕਰ ਲਵਾਂਗੇ, ਪਰ ਹੁਣ
ਅਲੱਗ ਹੋ ਗਈ ਹੈ ਸਿਚੁਏਸ਼ਨ। ਹੁਣ ਕਿਸਾਨ ਕਹਿ ਰਹੇ ਨੇ ਕਿ ਠੀਕ ਹੈ ਤੁਸੀਂ ਐਮਐਸਪੀ ਦੇ ਉੱਤੇ ਗੱਲਬਾਤ ਕਰ ਲਓ, ਖੇਤੀ ਕਾਨੂੰਨਾਂ ਦੇ ਉੱਤੇ ਬਾਅਦ ਚ ਗੱਲ ਕਰਾਂਗੇ, ਕਿਉਂਕਿ ਖੇਤੀ ਕਾਨੂੰਨਾਂ ਨੂੰ ਤਾਂ ਉਹ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਉਸ ਦੇ ਉੱਤੇ ਤਾਂ ਗੱਲਬਾਤ ਕਰਨੀ ਕੋਈ ਨਹੀਂ। ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਠੀਕ ਹੈ ਤੁਸੀਂ ਪਹਿਲਾਂ ਸਟੈਂਡ ਸਪਸ਼ਟ ਕਰੋ ਜਾਂ ਪੂਰੀ ਗੱਲਬਾਤ ਕਰੋ ਖੇਤੀ ਕਾਨੂੰਨਾਂ ਨੂੰ ਲੈ ਕੇ, ਉਸ ਤੋਂ ਬਾਅਦ ਹੀ ਫਿਰ ਐਮਐਸਪੀ ਵਾਲੇ ਇਸ਼ੂ ਦੇ ਉੱਤੇ ਗੱਲਬਾਤ ਹੋਏਗੀ। ਤਾਂ ਚੀਜ਼ਾਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੁਝ ਹੀ ਦਿਨਾਂ ਦੇ ਵਿੱਚ। ਪਰ ਇਸ ਸਭ ਦੇ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ। ਦੇਖੋ 10ਵੀਂ ਮੀਟਿੰਗ ਹੈ। ਖਾਸ ਇਹ ਵੀ ਹੈ ਕਿ 26 ਤਰੀਕ ਤੋਂ ਪਹਿਲਾਂ ਇਹ ਮੀਟਿੰਗ ਹੈ। ਜਦੋਂ 9ਵੇਂ ਗੇੜ ਦੀ ਮੀਟਿੰਗ ਹੋਈ, ਜਦੋਂ 8ਵੇਂ ਗੇੜ ਦੀ ਮੀਟਿੰਗ ਹੋਈ, ਕਿਉਂਕਿ 26 ਤਰੀਕ ਵਾਲਾ ਪ੍ਰੋਗਰਾਮ ਤਾਂ ਪਹਿਲਾਂ ਹੀ ਉਲੀਕ ਦਿੱਤਾ ਗਿਆ ਸੀ, ਤਾਂ ਉਸ ਸਮੇਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਸਰਕਾਰ ਦੇ ਨੁਮਾਇੰਦੇ ਜਾਂ ਫਿਰ ਕਿਸਾਨ ਜਥੇਬੰਦੀਆਂ 26 ਤੋਂ ਪਹਿਲਾਂ ਕਿਸੇ ਇੱਕ ਪੁਆਇੰਟ ਦੇ ਉੱਤੇ ਜਾ ਕੇ ਸਹਿਮਤ ਹੋ ਜਾਣਗੇ ਤੇ ਸ਼ਾਇਦ 26 ਤਰੀਕ ਨੂੰ ਪ੍ਰਦਰਸ਼ਨ ਵਾਲੀ ਨੌਬਤ ਹੀ ਨਾ ਆਵੇ ਤੇ ਸਰਕਾਰ ਵੀ ਪਹਿਲਾਂ ਹੀ ਇਸ ਨੂੰ ਸੁਲਝਾ ਲਵੇ। ਪਰ ਹੁਣ ਜਿਵੇਂ ਜਿਵੇਂ 26 ਤਰੀਕ ਨੇੜੇ ਆ ਰਹੀ ਹੈ, ਉਸ ਦੇ ਵਿਚਾਲੇ ਚਿੰਤਾਵਾਂ ਲਾਜ਼ਮੀ ਤੌਰ ਤੇ ਹਰ ਕਿਸੇ ਦੀਆਂ ਵਧ ਰਹੀਆਂ ਹੋਣਗੀਆਂ ਕਿ ਅੱਗੇ ਹੁਣ ਕਿੱਦਾਂ ਕੀ ਜਾਵੇ। ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੋਂ 2 ਟੁੱਕ ਕਹੀ ਗਈ ਹੈ। ਇਸ ਸਮੇਂ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਕਾਨੂੰਨ ਰੱਦ ਨਹੀਂ ਹੋਣਗੇ। ਸਰਕਾਰ ਦੇ ਵੱਲੋਂ 2 ਟੁੱਕ ਕਹਿ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ। ਇਸ ਸਮੇਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਨਿਊਜ਼ 18 ਦੇ ਕੋਲ, ਤੇ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਖੇਤੀ ਕਾਨੂੰਨਾਂ ਨੂੰ ਲੈ ਕੇ ਇਤਰਾਜ਼ ਹੈ, ਜੇ ਤਾਂ ਕੋਈ ਅਮੈਂਡਮੈਂਟ ਹੈ, ਉਸ ਸਰਕਾਰ ਉਸ ਦੇ ਲਈ ਤਿਆਰ ਹੈ। ਜੇਕਰ ਤੁਸੀਂ ਰੱਦ ਕਰਵਾਉਣਾ ਚਾਹੁੰਦੇ ਹੋ ਤਾਂ ਲੱਗਦਾ ਕਿ ਕਾਨੂੰਨ ਬਿਲਕੁਲ ਹੀ ਹਟਾ ਦੇਣੇ ਚਾਹੀਦੇ ਨੇ, ਤਾਂ ਫਿਰ ਸੁਪਰੀਮ ਕੋਰਟ ਜਾ ਸਕਦੇ ਨੇ ਕਿਸਾਨ। ਤਾਂ ਸਰਕਾਰ ਨੇ ਸਪਸ਼ਟ ਕਰ ਦਿੱਤਾ। ਅੱਜ ਦੇ ਦਿਨ ਦੀ ਵੱਡੀ ਖਬਰ ਹੈ। ਤਕਰੀਬਨ 1 ਘੰਟਾ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਕੁਝ ਹੀ ਪਲਾਂ ਦੇ ਵਿੱਚ ਹੁਣ ਲੰਚ ਤੋਂ ਬਾਅਦ ਵੀ, ਲੰਚ ਬ੍ਰੇਕ ਤੋਂ ਬਾਅਦ ਵੀ ਗੱਲਬਾਤ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਜਾਏਗੀ। ਪਰ ਦਿਨ ਦੀ ਵੱਡੀ ਖਬਰ ਇਸ ਸਮੇਂ ਹੈ ਕਿ ਪਹਿਲੇ ਘੰਟੇ ਜਿਹੜੀ ਗੱਲਬਾਤ ਹੋਈ ਸੀ ਉਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਸ ਸਮੇਂ ਸਾਡੇ ਕੋਲ ਇਹ ਹੈ ਕਿ ਸਰਕਾਰ ਨੇ 2 ਟੁਕ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਇਹ ਵੱਡੀ ਖਬਰ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਕਾਨੂੰਨ ਵਾਪਸੀ ਦੇ ਉੱਤੇ ਹੀ ਪੂਰਾ ਪੇਚ ਫਸਿਆ ਹੋਇਆ ਹੈ। ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਸਰਕਾਰ ਦਾ ਸਟੈਂਡ ਕਲੀਅਰ ਹੈ। ਖੇਤੀਬਾੜੀ ਦੇ ਨਾਲ ਜੁੜੇ ਲੋਕ ਯਾਨੀ ਕਿ ਕਿਸਾਨ ਆਗੂ ਇਸ ਸਮੇਂ ਕਹਿ ਰਹੇ ਨੇ ਕਿ ਸਾਡਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਅਸੀਂ ਕਾਨੂੰਨ ਰਿਪੀਲ ਕਰਵਾ ਕੇ ਹੀ ਵਾਪਸ ਮੁੜਾਂਗੇ। ਇਸ ਅੰਦੋਲਨ ਦੀ ਸਮਾਪਤੀ ਉਸ ਵੇਲੇ ਹੀ ਹੋਵੇਗੀ ਜਦੋਂ ਖੇਤੀ ਕਾਨੂੰਨ ਸਰਕਾਰ ਵਾਪਸ ਲੈਣ ਦਾ ਐਲਾਨ ਕਰ ਦਿੰਦੀ ਹੈ, ਖੇਤੀ ਕਾਨੂੰਨ ਵਾਪਸ ਲੈ ਲੈਂਦੀ ਹੈ। ਤਾਂ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਦੇ ਉੱਤੇ ਨੇ ਤੇ ਸਰਕਾਰ ਦੇ ਵੱਲੋਂ ਇਹ ਸਟੇਟਮੈਂਟ ਇਸ ਕਰਕੇ ਵੀ ਵੱਡੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਜਾਂ ਨਹੀਂ ਰਹੇਗਾ, ਇਹ ਵੀ ਇੱਕ ਵੱਡਾ ਸਵਾਲ ਇਸ ਪੂਰੀ ਸਟੇਟਮੈਂਟ, ਇਸ 2 ਟੁਕ ਜਵਾਬ ਤੋਂ ਬਾਅਦ ਜ਼ਰੂਰ ਖੜਾ ਹੋ ਰਿਹਾ ਹੈ ਕਿ ਜੇਕਰ ਸਰਕਾਰ ਕਹਿੰਦੀ ਹੈ ਕਿ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਹੀ ਨਹੀਂ, ਜੇਕਰ ਤੁਸੀਂ ਅਮੈਂਡਮੈਂਟ वाले पासे जाना तो ਅਸੀਂ ਤਿਆਰ हैं, जेकर ਤੁਸੀਂ ਕਹਿੰਦੇ ਹੋ रास्ता बना कि रद्द करना चाहते हो, रास्ते में सरकार को उसकी मदद करनी चाहिए। सरकार ये टाइम पास कर रही है क्योंकि सरकार का एक पूरा जोर लगा हुआ है। सरकार इसको नक्सलाइट, आतंकवाद, खालिस्तानी साबित करना चाहती है। उसके लिए NIA के नोटिस भी दे रखे हैं और वो अब सुप्रीम कोर्ट में कह चुके हैं। अब देश को बताना है कैसा है। अब ये 26 जनवरी को ये जो ट्रैक्टर परेड करनी है, सरकार को इसके लिए चिंता करनी चाहिए। सरकार ने जिस दिन कानून वापस लेने होंगे, जहाँ आपको पता चल जाएगा, 2 दिन पहले पता चल जाएगा, मीटिंग तो बहुत दूर की बात है, 2 दिन पहले माहौल बनना शुरू हो जाएगा। लेकिन अब सरकार का कोई मंशा नहीं इसमें इसको हल करने का। ये देखिए, ये बहुत जो ट्रैक्टर पे आना है ये बहुत अच्छी बात है क्योंकि जो राजनीतिक पार्टियाँ हैं जो लोगों की चुनी हुई होती हैं, आज माहौल है किसान, मजदूर और शहरी लोग जिनके ऊपर महंगाई की बहुत बड़ी गाज गिरने वाली है, वो लोग बहुत परेशान हैं। उनके हक के लिए आवाज़ उठानी चाहिए। कोई भी पार्टी है, जो कोई भी संगठन है जो देश को प्यार करता है, जो धरती को प्यार करता है, जो अन्नदाते को प्यार करता है, जो अपने वजूद को कायम रखना चाहता है, आज उसकी ज़रूरत है वो इसमें शामिल हो। अब जो संविधान जिसकी हम गणतंत्र दिवस मनाने जा रहे हैं जब लागू हुआ था, आज उसकी गर्मा के लिए हम सबको बाहर होना होगा क्योंकि संविधान की धज्जियाँ उड़ाई जा रही है। संविधान के तहत कोई फैसला नहीं हो रहा। संविधान के इवन के न्यायपालिका को भी दबाया जा रहा है, कार्यपालिका को भी दबाया जा रहा है और विधानपालिका तो आपको पता है कोई वहाँ न्याय ही नहीं है विधानपालिका में। सो ट्रैक्टर मार्च में जितने भी लोग हैं, जो भी सुनता है, वो चाहे किसी भी तरह शामिल हो, इसमें शामिल होना चाहिए। तो कांग्रेस के MP गुरजीत औजला जिन्हां दे वल्लों इह जिक्र किया जा रहा है, सरकार नूं निशाने ते लै रहे ने ते उन्हां दे वल्लों इह जिक्र किया गया कि सरकार टाइम पास कर रही है किसानों ने इस तरीके नाल मीटिंग दे विच बुला के, यानी कि कांग्रेस दे सांसदां नूं भी कोई उम्मीद इस मीटिंग तो नहीं है। यह भी बहुत खास है कि जो मीटिंगां दा दौर शुरू होया सी, क्योंकि 13 तुहानूं याद होएगा कि ਜਿਹੜੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ 14 ਅਕਤੂਬਰ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ 13 ਨਵੰਬਰ ਨੂੰ ਮੀਟਿੰਗ ਹੋਈ
13 ਨਵੰਬਰ ਵਾਲੀ ਮੀਟਿੰਗ ਤੋਂ ਬਾਅਦ ਤਾਂ ਬਹੁਤ ਸਾਰੀਆਂ ਉਮੀਦਾਂ ਜਾਗੀਆਂ ਕਿ ਹਾਂ ਸ਼ਾਇਦ ਹੁਣ ਤਾਂ ਮਾਮਲਾ ਬਹੁਤ ਨੇੜੇ ਪਹੁੰਚ ਗਿਆ ਤੇ ਗੱਲਬਾਤ ਦੇ ਨਾਲ ਕੋਈ ਹੱਲ ਨਿਕਲ ਆਏਗਾ। ਉਸ ਤੋਂ ਬਾਅਦ ਨਵੰਬਰ ਦੇ ਆਖਰੀ ਹਫਤੇ ਦੇ ਵਿੱਚ ਕਿਸਾਨਾਂ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਫਿਰ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਮੀਟਿੰਗਾਂ ਬੈਕ ਟੂ ਬੈਕ ਹੋਣ ਲੱਗੀਆਂ, ਇੱਕ ਦਿਨ ਛੱਡ ਕੇ 1 ਤਰੀਕ ਨੂੰ, 3 ਤਰੀਕ ਨੂੰ, 5 ਤਰੀਕ ਨੂੰ ਤੇ ਉਸ ਤੋਂ ਬਾਅਦ 8 ਤਰੀਕ ਦਾ ਭਾਰਤ ਬੰਦ। ਉਸ ਦਿਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ। ਇੰਨੀ ਨਾ ਉਮੀਦੀ ਉਸ ਮੀਟਿੰਗਾਂ ਦੇ ਵਿੱਚ ਨਹੀਂ ਸੀ, ਬੜੀਆਂ ਉਮੀਦਾਂ ਹੁੰਦੀਆਂ ਸੀ ਉਸ ਮੀਟਿੰਗ ਦੇ ਵਿੱਚ। ਜਦੋਂ ਹੋਣੀ ਹੁੰਦੀ ਸੀ ਮੀਟਿੰਗ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਵੀ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ, ਆਮ ਲੋਕਾਂ ਨੂੰ ਵੀ। ਪਰ ਦੇਖੋ ਮੀਟਿੰਗਾਂ ਦਾ ਦੌਰ ਜਿਵੇਂ ਜਿਵੇਂ ਅੱਗੇ ਵਧ ਰਿਹਾ ਹੈ ਤਾਂ ਉਸ ਤਰੀਕੇ ਨਾਲ ਜਿਹੜੀ ਉਮੀਦ ਵਾਲੀ ਕਿਰਨ ਆ ਉਹ ਧੁੰਦਲੀ ਹੁੰਦੀ ਜਾ ਰਹੀ ਹੈ। ਇਹ ਬਹੁਤ, ਹਾਲਾਂਕਿ ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਹੋਏਗਾ, ਇਹ ਸਭ ਨੂੰ ਪਤਾ ਹੈ, ਪਰ ਉਹ ਗੱਲਬਾਤ ਕਿਵੇਂ ਸਿਰੇ ਚੜੇਗੀ ਕਿ ਕੋਈ ਕਿਸੇ ਹੋਰ ਧਿਰ ਨੂੰ ਇੰਟਰਫੇਅਰ ਕਰਨਾ ਹੋਏਗਾ। ਅਸੀਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਰਹੇ ਹਾਂ। ਸੁਪਰੀਮ ਕੋਰਟ ਨੇ ਜ਼ਰੂਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਉਹਨਾਂ ਤੱਕ ਪਹੁੰਚੀਆਂ ਸੀ, ਸੁਪਰੀਮ ਕੋਰਟ ਨੇ ਇਹਨਾਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦੇ ਹੋਏ ਖੇਤੀ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ, ਸਟੇ ਲਗਾ ਦਿੱਤੀ ਹੈ, ਯਾਨੀ ਕਿ ਉਹ ਦੇਸ਼ ਦੇ ਵਿੱਚ ਹੁਣ ਲਾਗੂ ਤਾਂ ਨਹੀਂ ਨੇ। ਜਦੋਂ ਸੁਪਰੀਮ ਕੋਰਟ ਨੇ ਸਟੇ ਲਗਾ ਦਿੱਤੀ ਤਾਂ ਹੁਣ ਕਿਸਾਨ ਇਹ ਪਹਿਲੇ ਦਿਨ ਤੋਂ ਸਪਸ਼ਟ ਕਰਦੇ ਆਏ ਨੇ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਨਹੀਂ ਕਰਨਾ। ਤੇ ਹੁਣ ਸਰਕਾਰ ਇਹ ਕਹਿ ਰਹੀ ਹੈ ਕਿਸਾਨਾਂ ਨੂੰ ਕਿ ਜੇਕਰ ਤੁਹਾਨੂੰ ਲੱਗਦਾ ਕਿ ਖੇਤੀ ਕਾਨੂੰਨ ਰੱਦ ਹੀ ਕਰਵਾਉਣੇ ਨੇ ਤਾਂ ਫਿਰ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰੋ, ਅਸੀਂ ਆਪਣੇ ਪੱਧਰ ਉੱਤੇ ਕਾਨੂੰਨ ਵਾਪਸ ਨਹੀਂ ਲੈਣ ਜਾ ਰਹੇ। ਸਰਕਾਰ ਇਹ ਲਗਾਤਾਰ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਸਵਾਲ ਤਾਂ ਉਹੀ ਹੈ ਕਿ ਜੇਕਰ ਇਹ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਦੇ ਉੱਤੇ ਇਸ ਤਰੀਕੇ ਨਾਲ ਕਾਇਮ ਰਹਿਣਗੀਆਂ ਤਾਂ ਫਿਰ ਇਸ ਮਸਲੇ ਦਾ ਹੱਲ ਹੋਏਗਾ ਕਿਵੇਂ ਇਹ ਪੂਰਾ ਡੈਡਲੌਕ ਟੁੱਟੇਗਾ। ਤਾਂ ਨਿਊਜ਼ 18 ਦੇ ਉੱਤੇ ਪਲ-ਪਲ ਦੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ। ਅੱਜ ਦੇ ਦਿਨ ਦੀ ਵੱਡੀ ਖਬਰ ਇਸ ਵਾਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਵਾਂ, ਮੈਂ ਤੁਹਾਨੂੰ ਦੱਸਾਂਗਾ ਪੂਰਾ ਮੀਟਿੰਗ ਦਾ ਅਪਡੇਟ ਕੀ ਹੈ। 2-3 ਮੀਟਿੰਗਾਂ ਹੋਈਆਂ ਨੇ ਸਵੇਰ ਦੀਆਂ। ਪਹਿਲਾ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕਿਉਂਕਿ ਇਹ ਟਰੈਕਟਰ ਮਾਰਚ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ, ਸੁਪਰੀਮ ਕੋਰਟ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਟਿੱਪਣੀ ਕਰ ਦਿੱਤੀ ਕਿ ਜਿਹੜਾ ਟਰੈਕਟਰ ਮਾਰਚ ਆ ਉਹ ਹੋਵੇ ਨਾ ਹੋਵੇ ਦਿੱਲੀ ਪੁਲਿਸ ਫੈਸਲਾ ਕਰੇਗੀ। ਇਸ ਦੇ ਵਿੱਚ ਕਾਨੂੰਨ ਵਿਵਸਥਾ ਦਾ ਪੂਰਾ ਮਾਮਲਾ ਹੈ, ਇਸ ਦੇ ਵਿੱਚ ਅਸੀਂ ਕੋਈ ਦਖਲ ਨਹੀਂ ਦੇਣਾ। ਇੱਕ ਤਰੀਕੇ ਨਾਲ ਸ਼ਾਇਦ ਦਿੱਲੀ ਪੁਲਿਸ ਵੀ ਉਮੀਦ ਲਗਾ ਰਹੀ ਹੋਏਗੀ ਕਿ ਸ਼ਾਇਦ ਸੁਪਰੀਮ ਕੋਰਟ ਹੀ ਰੋਕ ਲਗਾ ਦੇਵੇ ਤਾਂ ਫਿਰ ਸਾਡੀ ਤਾਂ ਕੋਈ ਗੱਲਬਾਤ ਨਹੀਂ ਰਹੇਗੀ, ਅਸੀਂ ਤਾਂ ਫਿਰ ਰੋਕਾਂਗੇ। ਤੇ ਹੁਣ ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਗੇਂਦ ਹੈ ਤੇ ਕਿਸਾਨ ਤੇ ਦਿੱਲੀ ਪੁਲਿਸ ਦੇ ਵਿਚਾਲੇ ਮੀਟਿੰਗ ਸੀ ਅੱਜ। ਉਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਅਗਲੀ ਮੀਟਿੰਗ ਕਦੋਂ ਹੋਏਗੀ ਇਹ ਵੀ ਸਪਸ਼ਟ ਨਹੀਂ ਹੋ ਸਕਿਆ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ 4 ਮੈਂਬਰੀ ਸੀ, ਹੁਣ 3 ਮੈਂਬਰੀ ਰਹਿ ਚੁੱਕੀ ਹੈ। ਤਾਂ ਉਸ ਦੇ ਉੱਤੇ ਬੜੇ ਸਵਾਲ ਚੁੱਕੇ ਜਾ ਰਹੇ ਸੀ। ਸੁਪਰੀਮ ਕੋਰਟ ਨੇ ਜਦੋਂ ਸੁਣਵਾਈ ਕੀਤੀ ਤਾਂ ਉਸ ਦੇ ਉੱਤੇ ਸਵਾਲ ਚੁੱਕਣ ਨੂੰ ਲੈ ਕੇ ਵੀ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਨੇ ਇਤਰਾਜ਼ ਜਤਾਇਆ ਕਿ ਕਿਉਂ ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਮੀਟਿੰਗ ਮੈਂ ਚਾਹੂੰਗਾ ਕਿ ਜਿਹੜੀਆਂ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਨੇ ਕੋਈ ਫੈਸਲਾ ਨਹੀਂ ਕਰਨਾ, ਉਹਨਾਂ ਨੇ ਦੋਵੇਂ ਧਿਰਾਂ ਨੂੰ ਸੁਣਨਾ ਤੇ ਉਸ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਕੇ ਸਾਨੂੰ ਦੇ ਦੇਣੀ ਹੈ। ਤੇ ਉਸ ਤੋਂ ਬਾਅਦ ਪੂਰੇ ਦਿਨ ਦੇ ਵਿੱਚ ਵੱਡੀ ਖਬਰ ਜਿਸ ਦੇ ਉੱਤੇ ਨਜ਼ਰ ਜਿਹੜੀ ਹੁਣ ਇਸ ਸਮੇਂ ਮੀਟਿੰਗ ਚੱਲ ਰਹੀ ਹੈ, ਕਿਸਾਨਾਂ ਤੇ ਕੇਂਦਰ ਦੇ ਵਿਚਾਲੇ 10ਵੇਂ ਗੇੜ ਦੀ ਮੀਟਿੰਗ, 10ਵੇਂ ਦੌਰ ਦੀ ਇਹ ਮੀਟਿੰਗ ਹੈ। ਤੇ ਸਵਾਲ ਇਹ ਹੈ ਕਿ ਕਿੰਨੀਆਂ ਹੋਰ ਮੀਟਿੰਗਾਂ ਹੁਣ ਹੋਰ ਹੋਣਗੀਆਂ। ਤੇ ਤੁਹਾਨੂੰ ਦੱਸ ਦਈਏ ਕਿ ਪਹਿਲਾ ਘੰਟਾ ਕਿਉਂਕਿ 2 ਵਜੇ ਦਾ ਟਾਈਮ ਰੱਖਿਆ ਗਿਆ ਸੀ, ਤਕਰੀਬਨ 40-45 ਮਿੰਟ ਉਹ ਲੇਟ ਸਟਾਰਟ ਹੁੰਦੀ ਹੈ ਮੀਟਿੰਗ ਤੇ 40-45 ਮਿੰਟ ਬਾਅਦ ਜਿਹੜੀ ਮੀਟਿੰਗ ਸਟਾਰਟ ਹੋਈ ਉਸ ਮੀਟਿੰਗ ਦਾ 1 ਘੰਟਾ ਨਿਕਲਿਆ ਸੀ ਕਿ ਇੱਕ ਵਾਰ ਫਿਰ ਤੋਂ ਬ੍ਰੇਕ ਲੈ ਲਿਆ ਗਿਆ, ਲੰਚ ਬ੍ਰੇਕ ਕੀਤਾ ਗਿਆ। ਕਿਸਾਨਾਂ ਦਾ ਲੰਗਰ ਪਹੁੰਚਿਆ ਸੀ, ਉੱਥੇ ਕਿਸਾਨਾਂ ਦੇ ਵੱਲੋਂ ਲੰਗਰ ਛਕਿਆ ਜਾ ਰਿਹਾ ਹੈ ਇਸ ਸਮੇਂ ਜੋ ਸਾਡੀ ਕੋਲ ਜਾਣਕਾਰੀ ਹੈ। ਤੇ ਜਿਹੜਾ ਪਹਿਲਾ ਘੰਟਾ ਸੀ ਮੀਟਿੰਗ ਦਾ ਉਸ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਤੁਹਾਨੂੰ ਅਸੀਂ ਇੱਕ ਵਾਰੀ ਫਿਰ ਤੋਂ ਦੱਸਦੇ ਹਾਂ। ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਹੈ ਉਸ ਦੇ ਵਿੱਚ ਜਿਹੜਾ NIA ਦਾ ਨੋਟਿਸ ਪਹੁੰਚੇ ਨੇ ਕਿਸਾਨ ਆਗੂਆਂ ਨੂੰ, ਉਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਕਿ ਸਿੱਧੇ ਕਾਨੂੰਨ NIA ਕਿਉਂ ਕਾਰਵਾਈ ਕਰ ਰਹੀ ਹੈ ਕਿ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ। ਤਾਂ ਸਰਕਾਰ ਦੇ ਵੱਲੋਂ ਜੋ ਸਾਡੇ ਕੋਲ ਇਸ ਸਮੇਂ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਭਰੋਸਾ ਦਿੱਤਾ ਗਿਆ ਕਿ ਠੀਕ ਆ ਤੁਸੀਂ ਦੱਸੋ ਕਿਹੜੇ ਤੁਹਾਡੇ ਆਗੂ ਹੈਗੇ ਨੇ, ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਪੂਰੇ ਇਸ਼ੂ ਨੂੰ ਸਮਝਣ ਦੇਖਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ MSP ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਗੱਲਬਾਤ ਹੋਈ। ਦਿਨ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ MSP ਦੇ ਉੱਤੇ ਗੱਲਬਾਤ ਤਾਂ ਸਰਕਾਰ ਨੇ ਫਿਲਹਾਲ ਨਹੀਂ ਕੀਤੀ। ਸਰਕਾਰ ਕਹਿ ਰਹੀ ਹੈ ਕਿ ਤੁਸੀਂ ਖੇਤੀ ਕਾਨੂੰਨਾਂ ਦੇ ਉੱਤੇ ਗੱਲਬਾਤ ਕਰ ਲਵੋ। ਵੱਡੀ ਖਬਰ ਇਸ ਦੇ ਵਿੱਚ ਇਹ ਹੈ ਕਿ ਕਾਨੂੰਨ ਰੱਦ ਕਰਵਾਉਣ ਦੀ ਕਿਸਾਨ ਮੰਗ ਕਰ ਰਹੇ ਨੇ। ਸਰਕਾਰ ਦੇ ਵੱਲੋਂ ਸਪਸ਼ਟ 2 ਟੁਕ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਤੇ ਜੇਕਰ ਕਿਸਾਨ ਕਾਨੂੰਨ ਵਾਪਸ ਲੈਣਾ ਚਾਹੁੰਦੇ ਨੇ, ਕਰਵਾਉਣਾ ਚਾਹੁੰਦੇ ਨੇ ਤਾਂ ਫਿਰ ਉਹ ਸੁਪਰੀਮ ਕੋਰਟ ਦਾ ਰੁਖ ਕਰਨ। ਹੋਰ ਕੀ ਅਪਡੇਟ ਹੈ ਸਿੱਧਾ ਰੁਖ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਸਿੰਘੂ ਵਿਗਿਆਨ ਭਵਨ ਦੇ ਬਾਹਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਪੰਕਜ ਕਪਾਹੀ। ਪੰਕਜ, ਕੀ ਕੁਝ ਤੁਹਾਡੇ ਕੋਲ ਅਪਡੇਟ ਇਸ ਸਮੇਂ ਮੀਟਿੰਗ ਨੂੰ ਲੈ ਕੇ ਲੰਚ ਬ੍ਰੇਕ ਤੋਂ ਬਾਅਦ ਕੀ ਮੀਟਿੰਗ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ ਜਾਂ ਨਹੀਂ? ਅਗਰ ਅਜੇ ਵੀ ਲੰਚ ਬ੍ਰੇਕ ਚੱਲ ਰਿਹਾ, ਅਜੇ ਵੀ ਰਿਲੈਕਸ ਜਿਹੜੇ ਨੇ ਉਹ ਕਿਸਾਨ ਆਗੂ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ। ਉਹ ਪਹਿਲਾਂ ਹੀ ਕਲੀਅਰ ਕਰਕੇ ਆਏ ਨੇ ਕਿ ਕਾਨੂੰਨ ਰੱਦ, ਇਸ ਤੋਂ ਇਲਾਵਾ ਸਰਕਾਰ
ਸੋਧ ਕਰਵਾਉਣ ਤੇ ਲਗਾਤਾਰ ਗੱਲਬਾਤ ਕਰੇਗੀ, ਲੇਕਿਨ ਉਸ ਦਾ ਜਵਾਬ ਨਹੀਂ ਦਿੱਤਾ ਜਾਣਾ। ਔਰ ਇਸੇ ਕਰਕੇ ਇੱਕ ਲੀਡਰ ਨੇ ਕਿਸਾਨ ਆਗੂ ਨੇ ਜਿਹੜਾ ਵਾ ਉਹ ਕਾਪੀ ਪੈਨ ਨਾਲ ਲਿਖ ਦਿੱਤਾ ਕਿ ਉਹੀ ਮੀਟਿੰਗ, ਉਹੀ ਗੱਲਾਂ ਔਰ ਉਹੀ ਮੰਤਰੀ, ਔਰ ਕੀ ਅਗਲੀ ਮੀਟਿੰਗ ਨੂੰ ਹੁਣ ਤਾਰੀਖ ਦੇ ਦਿੱਤੀ ਜਾਏਗੀ। ਇਸ ਤਰੀਕੇ ਦਾ ਵੀ ਜ਼ਿਕਰ ਇਸ ਵੇਲੇ ਹੋ ਰਿਹਾ ਵਾ। ਔਰ ਇਸ ਵੇਲੇ ਥੋੜੀ ਦੇਰ 'ਚ ਮੀਟਿੰਗ ਹਾਲ ਦੇ ਅੰਦਰ ਦੁਬਾਰਾ ਤੋਂ ਕਿਸਾਨ ਆਗੂ ਜਾਣਗੇ। ਤਿੰਨੇ ਮੰਤਰੀ ਜਿਹੜੇ ਨੇ ਅੱਗ ਤੋਂ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਨੇ, ਬਾਕੀ ਕਿਸਾਨ ਆਗੂਆਂ ਨੇ ਵਕਤ ਤੋਂ ਲੰਗਰ ਜਿਹੜਾ ਵਾ ਉਹ ਛਕਿਆ ਵਾ। ਔਰ ਮੀਟਿੰਗ ਦੀ ਸ਼ੁਰੂਆਤ ਜ਼ਰੂਰ ਪੋਜ਼ਿਟਿਵ ਹੋਈ ਸੀਗੀ। ਮੀਟਿੰਗ 2 ਵਜੇ ਕਿਸਾਨ ਆਗੂ ਅੰਦਰ ਗਏ, 2:50 ਤੇ ਮੀਟਿੰਗ ਸ਼ੁਰੂ ਹੋਈ ਔਰ 2:50 ਤੇ ਤਿੰਨੇ ਮੰਤਰੀ ਜਿਹੜੇ ਜਦੋਂ ਕਿਸਾਨ ਹਾਲ ਦੇ ਅੰਦਰ ਪਹੁੰਚੇ ਤਾਂ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਹਾ ਕਿ ਗੁਰਪੁਰਬ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤਾਂ ਫਿਰ ਰਾਜੇਵਾਲ ਹੋਰਾਂ ਨੇ ਵੀ ਕਿਹਾ ਕਿ ਤੁਹਾਨੂੰ ਵੀ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਤਾਂ ਉਸ ਤੋਂ ਬਾਅਦ ਰਾਜੇਵਾਲ ਹੋਰਾਂ ਨੇ ਸਵਾਲ ਖੜੇ ਕੀਤੇ। ਰਾਜੇਵਾਲ ਹੋਰਾਂ ਨੇ ਜ਼ਿਕਰ ਕੀਤਾ ਕਿ NIA ਦੇ ਜ਼ਰੀਏ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਲਦੇਵ ਸਿੰਘ ਸਿਰਸਾ ਜੋ ਹਰ ਮੀਟਿੰਗ 'ਚ ਮੌਜੂਦ ਰਹਿੰਦੇ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ। ਜੋ ਟਰਾਂਸਪੋਰਟ ਨਾਲ ਜੁੜੇ ਹੋਏ ਨੇ, ਜੋ ਬੱਸ ਸੇਵਾ ਦੇ ਰਹੇ ਨੇ, ਉਹਨਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ। ਜੋ ਲੰਗਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਨੋਟਿਸ ਭੇਜ ਕੇ ਕਈ ਸਾਰੀਆਂ ਧਾਰਾਵਾਂ ਵੀ ਲਗਾਈਆਂ ਜਾ ਰਹੀਆਂ, ਕਈ ਤਰੀਕੇ ਦੇ ਬਾਕਾਇਦਾ ਤੌਰ ਤੇ ਜ਼ਿਕਰ ਹੋ ਰਿਹਾ ਹੈ। ਤਾਂ ਇਹ ਗਲਤ ਹੈ ਔਰ ਇਸ ਤਰੀਕੇ ਨਾਲ ਅੰਦੋਲਨ ਕਮਜ਼ੋਰ ਨਹੀਂ ਹੋਏਗਾ। ਤਾਂ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਗਰ ਕੋਈ ਨਿਰਦੋਸ਼ ਹੈ ਤਾਂ ਮੈਂ ਭਰੋਸਾ ਦਿੰਦਾ ਕੋਈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਤੁਸੀਂ ਮੈਨੂੰ ਆ ਕੇ NIA ਦੀ ਸਾਰੀ ਲਿਸਟ ਦਿਓ ਕਿ ਕਿਸ ਤਰੀਕੇ ਨਾਲ ਕਿਵੇਂ ਨੋਟਿਸ ਜਿਹੜੇ ਨੇ ਉਹ ਭੇਜੇ ਗਏ ਨੇ। ਦੂਸਰਾ ਇਤਰਾਜ਼ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਚੁੱਕਿਆ। ਉਹਨਾਂ ਨੇ ਕਿਹਾ ਕਿ ਕੱਲ ਸ਼ਿਮਲੇ ਦੇ ਵਿੱਚ ਜਾਣਬੁੱਝ ਕੇ ਪੁਲਿਸ ਵੱਲੋਂ ਜੋ ਹੈ ਹਿਮਾਚਲ ਪੁਲਿਸ ਵੱਲੋਂ ਗ੍ਰਿਫਤਾਰੀ ਕਿਸਾਨਾਂ ਦੀ ਕਰ ਦਿੱਤੀ ਗਈ। ਇਹ ਤਰੀਕਾ ਗਲਤ ਹੈ। ਇਸ ਤਰੀਕੇ ਨਾਲ ਜਿਹੜਾ ਵਾ ਗੱਲਬਾਤ ਅਸੀਂ ਹਰ ਵਾਰੀ ਕਰਨ ਦੇ ਲਈ ਆਨੇ ਆ, ਅਸੀਂ ਆਪਣੀ ਮੰਗ ਰੱਖ ਰਹੇ ਹਾਂ। ਤਾਂ ਇਹ ਮਸਲਾ ਵੀ ਉੱਠਿਆ ਔਰ ਇਸ ਦੇ ਨਾਲ ਬਾਕਾਇਦਾ ਤੌਰ ਤੇ ਗੁਰਨਾਮ ਸਿੰਘ ਹੋਰਾਂ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ MSP ਨੂੰ ਲੈ ਕੇ ਚਰਚਾ ਕਰ ਰਹੇ ਆ ਤਾਂ ਖੇਤੀਬਾੜੀ ਮੰਤਰੀ ਨੇ ਸਾਫ਼ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਪਹਿਲਾਂ ਤਿੰਨੇ ਕਾਨੂੰਨਾਂ ਤੇ ਚਰਚਾ ਹੋਏਗੀ, ਤਿੰਨੇ ਕਾਨੂੰਨਾਂ ਤੇ ਕਿਸਾਨ ਜਥੇਬੰਦੀਆਂ ਸਟੈਂਡ ਕਲੀਅਰ ਕਰਨ, ਉਸ ਤੋਂ ਬਾਅਦ ਹੀ ਅੱਗੇ ਬੈਠਕ ਜਿਹੜੀ ਹੈ ਉਹ ਚੱਲੇਗੀ। ਤਾਂ MSP ਨੂੰ ਲੈ ਕੇ ਚਰਚਾ ਹੋਏਗੀ। ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨ ਰੱਦ ਕਰੋ। ਤਾਂ ਸਰਕਾਰ ਫਿਰ ਉਹੀ ਗੱਲ ਕਹਿੰਦੇ ਹੋਏ ਨਜ਼ਰ ਆਏਗੀ। ਸੋਧਾਂ ਨੂੰ ਲੈ ਕੇ ਸਰਕਾਰ ਰਾਜ਼ੀ ਹੈ ਕਿਉਂਕਿ ਇਹ ਕਾਨੂੰਨ ਸਿਰਫ ਪੰਜਾਬ ਅਤੇ ਹਰਿਆਣੇ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਬਣਿਆ ਹੋਇਆ ਔਰ ਪੂਰੇ ਦੇਸ਼ 'ਚ ਬਹੁਤ ਸਾਰੀਆਂ ਅਜਿਹੀਆਂ ਜਥੇਬੰਦੀਆਂ ਨੇ, ਕਈ ਸੂਬਿਆਂ ਦੀਆਂ, ਜੋ ਇਸ ਦੇ ਪੱਖ ਵਿੱਚ ਨੇ, ਉਹ ਇਸ ਕਾਨੂੰਨ ਨੂੰ ਹਮਾਇਤ ਕਰ ਰਹੀਆਂ ਨੇ। ਤਾਂ ਅਗਰ ਕਾਨੂੰਨ ਰੱਦ ਕਰਾਣੇ ਤਾਂ ਸੁਪਰੀਮ ਕੋਰਟ ਚਲੇ ਜਾਓ, ਇਸ ਤਰੀਕੇ ਦਾ ਜ਼ਿਕਰ ਕੀਤਾ ਗਿਆ। ਫਿਰ ਬਾਕਾਇਦਾ ਤੌਰ ਤੋਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਕਾਨੂੰਨ ਸੁਪਰੀਮ ਕੋਰਟ ਨੇ ਨਹੀਂ ਬਣਾਇਆ, ਇਹ ਕਾਨੂੰਨ ਪਾਰਲੀਮੈਂਟ 'ਚ ਬਣਿਆ, ਤੁਹਾਡੀ ਸਰਕਾਰ ਨੇ ਬਣਾਇਆ ਔਰ ਤੁਹਾਡੀ ਸਰਕਾਰ ਹੀ ਰੱਦ ਕਰੇ, ਅਸੀਂ ਸੁਪਰੀਮ ਕੋਰਟ ਨਹੀਂ ਜਾਵਾਂਗੇ। ਇਸ ਗੱਲ ਦਾ ਵੀ ਜ਼ਿਕਰ ਹੋਇਆ। ਲੰਚ ਬ੍ਰੇਕ ਉਸ ਤੋਂ ਬਾਅਦ ਹੋ ਗਈ ਔਰ ਹੁਣ ਇੱਕ ਵਾਰੀ ਦੁਬਾਰਾ ਜਿਵੇਂ ਹੀ ਮੀਟਿੰਗ ਸ਼ੁਰੂ ਹੋਏਗੀ ਤਾਂ ਜੋ ਵੀ ਅਪਡੇਟ ਆਏਗਾ ਗੌਰਵ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਪਹੁੰਚਾਵਾਂਗੇ। ਲੇਕਿਨ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਕਾਇਦਾ ਤੌਰ ਤੇ ਜ਼ਿਕਰ ਜਿਹੜਾ ਵੈ ਉਹ ਗੁਰਨਾਮ ਸਿੰਘ ਹੋਰਾਂ ਨੇ, ਕਈ ਸਾਰੇ ਕਿਸਾਨ ਆਗੂਆਂ ਨੇ ਕਹਿ ਦਿੱਤਾ ਸੀਗਾ ਕਿ ਜ਼ਿਆਦਾ ਉਮੀਦਾਂ ਅੱਜ ਦੀ ਮੀਟਿੰਗ ਨੂੰ ਲੈ ਕੇ ਨਹੀਂ ਨੇ। ਜੀ ਬਿਲਕੁਲ, ਤਾਂ ਮੀਟਿੰਗ ਨੂੰ ਲੈ ਕੇ ਉਮੀਦਾਂ ਨਹੀਂ ਨੇ, ਪਹਿਲਾਂ ਹੀ ਜ਼ਿਕਰ ਕੀਤਾ ਗਿਆ ਸੀ। ਨਿਊਜ਼ 18 ਦੇ ਉੱਤੇ ਮੀਟਿੰਗ ਦੀ ਪਲ-ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਇਸ ਸਮੇਂ ਜੋ ਵੀ ਜਾਣਕਾਰੀ ਆਉਂਦੀ ਹੈ, ਇਸ ਸਮੇਂ ਜੋ ਪੰਕਜ ਕਪਾਹੀ ਜਾਣਕਾਰੀ ਦੇ ਰਹੇ ਨੇ ਕਿ ਫਿਲਹਾਲ ਲੰਚ ਬ੍ਰੇਕ ਜਾਰੀ ਹੈ। ਕਰੀਬ 1 ਘੰਟੇ ਬਾਅਦ ਜਦੋਂ ਮੀਟਿੰਗ ਸ਼ੁਰੂ ਹੋਈ ਸੀ, ਕਰੀਬ 1 ਘੰਟੇ ਬਾਅਦ ਲੰਚ ਬ੍ਰੇਕ ਲੈ ਲਿਆ ਗਿਆ। ਲੰਗਰ ਛਕਿਆ ਜਾ ਰਿਹਾ ਉੱਥੇ ਤਕਰੀਬਨ 50 ਮਿੰਟ ਤੋਂ ਜ਼ਿਆਦਾ, ਤਕਰੀਬਨ 1 ਘੰਟਾ ਵੀ ਤੁਸੀਂ ਕਹਿ ਸਕਦੇ ਹੋ ਕਿ 1 ਘੰਟਾ ਹੋ ਚੱਲਿਆ ਹੈ ਕਿ ਲੰਚ ਬ੍ਰੇਕ ਜਾਰੀ ਹੈ। ਲੰਚ ਬ੍ਰੇਕ ਤੋਂ ਬਾਅਦ ਕਿੰਨੀ ਦੇਰ ਗੱਲਬਾਤ ਹੁੰਦੀ ਹੈ, ਕੀ ਗੱਲਬਾਤ ਹੁੰਦੀ ਹੈ? ਜੇਕਰ MSP ਦੇ ਉੱਤੇ ਸਰਕਾਰ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨਾਂ ਦੇ ਉੱਤੇ ਪਹਿਲਾਂ ਗੱਲਬਾਤ ਕਰੋ, ਉੱਥੇ ਸਭ ਕੁਝ ਕਲੀਅਰ ਹੋਏਗਾ, ਉਸ ਤੋਂ ਬਾਅਦ ਅਸੀਂ MSP ਤੇ ਗੱਲ ਕਰਾਂਗੇ। ਤੇ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਤਾਂ ਰੱਦ ਕਰਵਾਉਣਾ, ਅਸੀਂ ਉਸ ਦੇ ਉੱਤੇ ਕੋਈ ਗੱਲਬਾਤ ਨਹੀਂ ਕਰਨੀ। ਗੱਲਬਾਤ ਦਾ ਮਤਲਬ ਤਾਂ ਸਿੱਧਾ ਜਿਹਾ ਇਹੀ ਹੋਏਗਾ ਕਿ ਦੋਵੇਂ ਧਿਰਾਂ ਕਿਸੇ ਤੀਜੇ ਬਦਲ ਦੇ ਲਈ ਅੱਗੇ ਵਧਦੀਆਂ ਨੇ, ਯਾਨੀ ਕਿ ਰੱਦ ਨਾ ਹੋਣ, ਅਮੈਂਡਮੈਂਟ ਕੀਤੀ ਜਾ ਸਕਦੀ ਹੈ, ਉਸ ਦੇ ਵੱਲ ਅੱਗੇ ਵਧਣ, ਜਾਂ ਕੋਈ ਹੋਰ ਬਦਲ ਹੋਵੇ ਉਸ ਦੇ ਵੱਲ ਅੱਗੇ ਵਧਣ, ਤਾਂ ਉਹ ਉਸ ਦੇ ਉੱਤੇ ਚਰਚਾ ਹੋਵੇ। ਪਰ ਕਿਸਾਨ ਕਹਿ ਰਹੇ ਨੇ ਕਿ ਨਹੀਂ, ਹੋਰ ਕੋਈ ਆਪਸ਼ਨ ਨਹੀਂ, ਕੋਈ ਬਦਲ ਨਹੀਂ, ਖੇਤੀ ਕਾਨੂੰਨ ਤਾਂ ਅਸੀਂ ਰਿਪੀਲ ਹੀ ਕਰਵਾਉਣਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਰੱਦ ਹੀ ਹੋ ਜਾਣ। ਤਾਂ ਹੁਣ ਦੇਖਣਾ ਹੋਏਗਾ ਕਿ ਲੰਚ ਬ੍ਰੇਕ ਤੋਂ ਬਾਅਦ ਕਿੰਨੀ ਲੰਬੀ ਮੀਟਿੰਗ ਚੱਲਦੀ ਹੈ, ਕਿ ਲੰਚ ਬ੍ਰੇਕ ਤੋਂ ਬਾਅਦ ਇਹ ਮੀਟਿੰਗ ਜ਼ਿਆਦਾ ਦੇਰ ਚੱਲਦੀ ਹੈ ਜਾਂ ਨਹੀਂ ਚੱਲਦੀ। ਮੈਂ ਇੱਕ ਵਾਰੀ ਪੰਕਜ ਤੋਂ ਵੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗਾ। ਪੰਕਜ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਪੰਕਜ, ਕੋਈ ਅਪਡੇਟ ਹੋਵੇ ਤਾਂ ਉਹ ਵੀ ਦੱਸਣਾ। ਤੇ ਦੂਜੀ ਚੀਜ਼ ਕਿ ਜੇਕਰ MSP ਤੇ ਗੱਲਬਾਤ ਹੋਣੀ ਨਹੀਂ, ਇਤਰਾਜ਼ ਕਿਸਾਨ ਆਪਣੇ ਦੱਸ ਚੁੱਕੇ ਨੇ
ਤੇ ਦੂਜੇ ਪਾਸੇ ਕਿਸਾਨ ਆਗੂ ਇਹ ਸਾਫ਼ ਕਰ ਚੁੱਕੇ ਨੇ ਕਿ ਅਸੀਂ ਖੇਤੀ ਕਾਨੂੰਨਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਨਹੀਂ, ਸਰਕਾਰ ਉਹ ਚਾਹੁੰਦੀ ਹੈ ਕਿ ਉਸ ਦੇ ਉੱਤੇ ਗੱਲਬਾਤ ਕਰੋ। ਤਾਂ ਫਿਰ ਅੱਜ ਦੇ ਦੂਜੇ ਸੈਸ਼ਨ ਦੇ ਵਿੱਚ ਤਾਂ ਉਮੀਦ ਜ਼ਿਆਦਾ ਬਚੀ ਨਹੀਂ ਕਿ ਕੋਈ ਗੱਲਬਾਤ ਹੋਏਗੀ ਜਾਂ ਕਿਸੇ ਇਸ਼ੂ ਦੇ ਉੱਤੇ ਕੋਈ ਸੁਲਝਾਉਣ ਦੀ, ਉਸ ਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਹੋਏਗੀ। ਯਾਨੀ ਕਿ ਦੂਜੇ ਸੈਸ਼ਨ ਦੇ ਵਿੱਚ ਸ਼ਾਇਦ ਮੀਟਿੰਗ ਬਹੁਤ ਜਲਦੀ ਖਤਮ ਹੋ ਜਾਵੇ। ਇਹ ਕਿਆਸ ਲਗਾਏ ਜਾ ਸਕਦੇ ਨੇ। ਇਹ ਹੁਣ ਦੇਖਣਾ ਹੋਏਗਾ ਕਿ ਦੋਵੇਂ ਧਿਰਾਂ ਵਿੱਚੋਂ ਕਿਹੜੀ ਧਿਰ ਗੱਲਬਾਤ ਕਰਨ ਦੇ ਲਈ ਰਾਜ਼ੀ ਹੁੰਦੀ ਹੈ ਔਰ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਕਿਉਂਕਿ ਇੱਕ ਗੱਲ ਸਾਫ਼ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਕਾਨੂੰਨ ਹੋਲਡ ਕਰ ਦਿੱਤੇ, ਜਦੋਂ ਸੁਪਰੀਮ ਕੋਰਟ ਨੇ ਕਮੇਟੀ ਬਣਾ ਦਿੱਤੀ, ਤਾਂ ਦੋਵੇਂ ਪਾਸੋਂ ਸਟੈਂਡ ਬਦਲੇ ਹੋਏ ਨਜ਼ਰ ਆ ਰਹੇ ਨੇ। 15 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਗੌਰਵ ਲਗਾਤਾਰ ਨਿਊਜ਼ 18 ਦੇ ਜ਼ਿਕਰ ਕੀਤਾ ਸੀ ਕਿ ਸਰਕਾਰ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੀ ਹੈ, ਲੇਕਿਨ ਉਦੋਂ ਕਿਸਾਨ ਆਗੂ ਇਹ ਕਹਿ ਰਹੇ ਸੀ ਕਿ ਅਸੀਂ ਐਮਐਸਪੀ ਤੇ ਚਰਚਾ ਨਹੀਂ ਕਰਨੀ, ਅਗਰ ਜ਼ਮੀਨ ਹੀ ਨਹੀਂ ਬਚੀ ਤਾਂ ਐਮਐਸਪੀ ਤੇ ਚਰਚਾ ਕਰਨ ਦਾ ਫਾਇਦਾ ਕੀ ਹੈ। ਲੇਕਿਨ ਜਦੋਂ ਕਮੇਟੀ ਬਣ ਗਈ, ਸੁਪਰੀਮ ਕੋਰਟ ਵੱਲੋਂ ਕਾਨੂੰਨ ਹੋਲਡ ਕਰ ਦਿੱਤੇ ਗਏ, ਤਾਂ ਉਸ ਵੇਲੇ ਕਿਸਾਨ ਆਗੂ ਪਿਛਲੀ ਮੀਟਿੰਗ 'ਚ ਵੀ, 15 ਤਰੀਕ ਦੀ ਮੀਟਿੰਗ 'ਚ ਵੀ ਤੇ ਅੱਜ ਦੀ ਮੀਟਿੰਗ 'ਚ ਵੀ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੇ ਨੇ। ਲੇਕਿਨ ਹੁਣ ਸਰਕਾਰ ਤਿਆਰ ਨਹੀਂ ਹੈ। ਹੁਣ ਸਰਕਾਰ ਨੇ ਆਪਣਾ ਸਟੈਂਡ ਬਦਲ ਲਿਆ। ਸਰਕਾਰ ਇਹ ਕਹਿ ਰਹੀ ਹੈ, ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ ਤਿੰਨੇ ਕਾਨੂੰਨਾਂ ਤੇ ਫੈਸਲਾ ਕਰ ਲਓ, ਤੁਸੀਂ ਪਹਿਲਾਂ ਕਾਨੂੰਨਾਂ ਤੇ ਸਟੈਂਡ ਕਰ ਲਓ, ਉਸ ਤੋਂ ਬਾਅਦ ਹੀ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾਉਣਾ ਹੈ। ਤੁਹਾਡੀ ਕੀ ਗੱਲਬਾਤ ਹੋਏਗੀ, ਸਾਡੀ ਕੀ ਗੱਲਬਾਤ ਹੋਏਗੀ, ਇਹ ਉਸ ਤੋਂ ਬਾਅਦ ਹੀ ਜ਼ਿਕਰ ਹੋਏਗਾ। ਲੇਕਿਨ ਹੁਣ ਦੋਵਾਂ ਪਾਸੋਂ ਸਟੈਂਡ ਜਿਹੜਾ ਉਹ ਬਦਲਿਆ ਹੋਇਆ ਨਜ਼ਰ ਆ ਰਿਹਾ ਔਰ ਇਸੇ ਗੱਲ ਕੇ ਰੇੜਕਾ ਜਿਹੜਾ ਵਾ ਉਹ ਬਣਿਆ ਹੋਇਆ ਵਾ। ਜੀ ਬਿਲਕੁਲ ਪੰਕਜ, ਤੁਸੀਂ ਅਪਡੇਟ ਸਾਡੇ ਤੱਕ ਪਹੁੰਚਾਉਂਦੇ ਰਹਿਣਾ, ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਇਸ ਗੱਲਬਾਤ ਨੂੰ, ਅਸੀਂ ਇਸ ਪੂਰੇ ਅਪਡੇਟ ਨੂੰ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਾਂਗੇ ਤੇ ਜਿਵੇਂ ਤੁਹਾਡੇ ਕੋਲ ਕੋਈ ਅਪਡੇਟ ਆਉਂਦਾ ਹੈ ਜ਼ਰੂਰ ਤੁਸੀਂ ਸਾਡੇ ਤੱਕ ਉਸ ਨੂੰ ਪਹੁੰਚਾਓ। ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਲੰਚ ਬ੍ਰੇਕ ਹੈ, ਲੰਚ ਬ੍ਰੇਕ ਅਜੇ ਖਤਮ ਨਹੀਂ ਹੋਇਆ, ਯਾਨੀ ਕਿ ਅਜੇ ਵੀ ਚੱਲ ਰਿਹਾ ਹੈ ਲੰਚ ਬ੍ਰੇਕ। 10ਵੀਂ ਗੇਟ ਦੀ ਮੀਟਿੰਗ ਦੇ ਵਿੱਚ ਲੰਚ ਬ੍ਰੇਕ ਲਿਆ ਗਿਆ, ਤਕਰੀਬਨ 1 ਘੰਟਾ ਇਸ ਲੰਚ ਬ੍ਰੇਕ ਨੂੰ ਵੀ ਹੋ ਚੱਲਿਆ। ਲੰਗਰ ਛਕਣ ਦੀਆਂ ਤਸਵੀਰਾਂ ਵੀ ਮੀਟਿੰਗ ਦੇ ਵਿੱਚੋਂ ਸਾਹਮਣੇ ਆਈਆਂ ਨੇ। ਅੱਗੇ ਵਧਦੇ ਹਾਂ। ਭਾਰਤੀ ਅਰਥਚਾਰੇ ਦੇ ਲਈ ਆਤਮ ਨਿਰਭਰ ਭਾਰਤ ਦਾ ਐਲਾਨ ਬੇਹੱਦ ਹੀ ਮਹੱਤਵਪੂਰਨ ਸਮੇਂ ਦੇ ਉੱਤੇ ਕੀਤਾ ਗਿਆ। ਇਹ ਐਲਾਨ ਭਾਰਤੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕੀਤਾ ਜਾ ਰਿਹਾ ਹੈ। ਨੈਟਵਰਕ 18 ਦੀ ਪਹਿਲ ਅਤੇ ITC ਪ੍ਰੈਜ਼ੈਂਟਡ ਸਵਾਭਿਮਾਨ ਭਾਰਤ ਇੱਕ ਅਜਿਹਾ ਹੀ ਇਨੀਸ਼ੀਏਟਿਵ ਹੈ ਜੋ ਤੁਹਾਨੂੰ ਦੇਸ਼ ਭਰ ਤੋਂ ਅਜਿਹੇ ਭਾਰਤੀਆਂ ਦੀ ਕਹਾਣੀਆਂ ਦਿਖਾਏਗਾ ਜੋ ਸਰਕਾਰ ਦੀ ਮਦਦ ਤੋਂ ਬਿਨਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਨੇ। ਇਨੋਵੇਸ਼ਨਜ਼ ਅਤੇ ਪ੍ਰਾਪਤੀਆਂ ਦੀਆਂ ਅਜਿਹੀਆਂ ਕਹਾਣੀਆਂ ਜੋ ਦੱਸਦੀਆਂ ਨੇ ਕਿ ਅਸੀਂ ਇੱਕ ਰਾਸ਼ਟਰ ਦੇ ਤੌਰ ਦੇ ਉੱਤੇ ਕਿੰਨੇ ਮਜ਼ਬੂਤ ਹਾਂ। ਇੱਕ ਅਜਿਹੀ ਕਹਾਣੀ ਇਸ ਸਟਾਰਟਅਪ ਦੀ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਸੈਟੇਲਾਈਟ ਇਮੇਜਿੰਗ ਦਾ ਉਪਯੋਗ ਕਰਕੇ ਖੇਤੀਬਾੜੀ ਨੂੰ ਤਕਨੀਕੀ ਹੱਲ ਦੇ ਰਿਹਾ ਹੈ। ਇਹ ਕਹਾਣੀ ਹੈ ਕ੍ਰੋਪਿਨ ਦੀ, ਯਾਨੀ ਕ੍ਰੋਪ ਇਨ ਦੀ। भारत एक कृषि तकनीक क्रांति के शिखर पर है और इस क्रांति में सहयोग देने वाले संगठनों में से एक है क्रोप इन। यह आर्टिफिशियल इंटेलिजेंस और सैटेलाइट इमेजिंग का उपयोग करके कृषि को तकनीकी समाधान देते हैं। यह डेटा का विश्लेषण और व्याख्या करने में मदद करते हैं और खेतों में खड़ी फसलों पर काम करने के लायक सहायता देते हैं। अगर आप देखेंगे एग्रीकल्चर बहुत सारी समस्याओं से जूझता है, या तो वो क्लाइमेट चेंज हो या फिर क्रॉप लॉस हो या उनको लोन नहीं मिलता है, तो बहुत सारे चैलेंजेस है। और ये इसलिए है क्योंकि हम ये कनेक्टेड नहीं है, डिजिटली कनेक्टेड नहीं है। दैट्स व्हाई द जेनेसिस ऑफ क्रॉप इन हुआ। अब तक क्रॉप इन ने 6 मिलियन 60 लाख एकड़ से अधिक खेतों को डिजिटल रूप दिया है और 20 लाख से अधिक किसानों के जीवन को समृद्ध किया है। ये 50 से अधिक देशों में लगभग 10,000 किस्मों की फसल का प्रबंधन भी कर रहे हैं। क्रॉप इन का विजन है कि वो सारे फार्म को ट्रेसेबल, प्रेडिक्टेबल और सस्टेनेबल करना चाहता है और जितने ज़्यादा से ज़्यादा फार्मर्स को अपने प्लेटफॉर्म पे जोड़े और इनकी पर एकड़ वैल्यू को इंक्रीज करे। स्वाभिमान का रास्ता अपनाते हुए स्थानीय से वैश्विक होने के सफर में क्रॉप इन एक बेहतरीन उदाहरण साबित हुआ है। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਦੇ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ
ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ। ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਸ ਵੇਲੇ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ